का खालसा वाहिगुरू जी की फतेह। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀਆਂ ਪਹਿਲੀਆਂ ਦੋ ਵਿਸ਼ੇਸ਼ਤਾਵਾਂ ਆਪਾਂ ਪਹਿਲੇ ਤੇ ਦੂਜੇ ਭਾਗ ਦੇ ਵਿੱਚ ਪੜ੍ਹ ਲਈਆਂ ਨੇ। ਹੁਣ ਤੀਜੀ ਵਿਸ਼ੇਸ਼ਤਾ, ਇਹ ਬਾਣੀ ਸਾਡੇ ਤਨ ਦੇ ਰੋਗ ਵੀ ਰਾਜੀ ਕਰਦੀ ਹੈ। ਜ਼ਿੰਦਗੀ ਵਿੱਚ ਵਿਚਰਦੇ ਹੋਏ ਸਰੀਰ ਨੂੰ ਕਿਸੇ ਦੁੱਖ ਜਾਂ ਰੋਗ ਨੇ ਆ ਘੇਰਿਆ, ਇਹ ਆਮ ਬਾਤ ਹੈ। ਤੀਸਰੀ ਵਿਸ਼ੇਸ਼ਤਾਈ ਬਾਰੇ ਕੁਝ ਲਿਖਣ ਦੀ ਮਹਾਰਾਜ ਸੇਵਾ ਲੈਣ ਦਾਸ ਇੱਕ ਨੁਕਤਾ ਸਾਂਝਾ ਕਰਨਾ ਚਾਹੇਗਾ। ਸਾਡਾ ਜੀਵਨ ਸਾਡੇ ਕਰਮਾਂ 'ਤੇ ਨਿਰਭਰ ਹੈ। ਚੰਗੇ ਭਲੇ ਚੱਲਦੇ ਚੱਲਦੇ ਜੇ ਕੋਈ ਦੁੱਖ ਆ ਗਿਆ ਤਾਂ ਸੋਚੋ ਕਿਉਂ ਆਇਆ? ਜਵਾਬ ਹੈ, ਬੀਜਿਆ ਸੀ, ਕਿਤੇ ਕਰਮਾਂ ਨੇ ਬੀਜਿਆ ਸੀ, ਅੱਜ ਕੱਟਣਾ ਪੈ ਰਿਹਾ ਹੈ। ਇਹ ਫਰਕ ਹੈ ਕਿ ਬੀਜ ਬੀਜਣ ਅਤੇ ਫਲ ਕੱਟਣ ਵਿੱਚ ਅੰਤਰਾਲ ਹੈ। ਸਮਾਂ ਲੱਗਦਾ ਹੈ, ਸਿੱਧੀ ਜਿਹੀ ਗੱਲ ਹੈ। ਅੱਜ ਕਣਕ ਬੀਜੋ, ਤਿਆਰ ਹੋਣ 'ਤੇ ਸਮਾਂ ਲੱਗਦਾ ਹੈ। ਤੁਸੀਂ ਕਹੋ ਮੈਂ ਅੱਜ ਅੰਬ ਦਾ ਪੌਦਾ ਲਗਾਇਆ ਅਤੇ ਮਹੀਨੇ ਬਾਅਦ ਫਲ ਖਾ ਲਵਾਂ। ਨਹੀਂ, ਫਲ ਤੇ 10 ਸਾਲ ਬਾਅਦ ਅੰਬ ਨੇ ਦੇਣਾ ਹੈ। ਇਸੇ ਤਰ੍ਹਾਂ ਜੇ ਕੋਈ ਰੋਗ ਜਾਂ ਦੁੱਖ ਆਇਆ, ਕਦੀ ਬੀਜਿਆ ਸੀ ਤਾਂ ਆਇਆ। ਇਹ ਨਹੀਂ ਪਤਾ ਕਿ ਕਦੋਂ ਬੀਜਿਆ ਸੀ, ਕਦੋਂ ਐਸਾ ਮਾੜਾ ਕਰਮ ਕਰ ਬੈਠੇ ਹਾਂ ਜਿਸ ਨੂੰ ਭੋਗਣ ਲਈ ਸਮੇਂ ਅਨੁਸਾਰ ਉਹ ਰੋਗ ਬਣ ਕੇ ਸਾਹਮਣੇ ਆ ਖਲੋਇਆ। ਤਨ ਰੋਗੀ ਹੋ ਗਿਆ। ਇਹ ਤੀਸਰੀ ਵਿਸ਼ੇਸ਼ਤਾਈ ਹੈ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਤਨ ਦੇ ਰੋਗ ਵੀ ਰਾਜੀ ਕਰਦੀ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਤੀਸਰੀ ਮਹਾਨਤਾ ਇਹ ਹੈ ਕਿ ਇਹ ਤਨ ਦੇ ਰੋਗਾਂ ਤੋਂ ਵੀ ਛੁਟਕਾਰਾ ਦਿਵਾਉਂਦੀ ਹੈ। ਹਾਂ, ਇੱਕ ਹੁੰਦੇ ਹਨ ਤਨ ਦੇ ਰੋਗ, ਇੱਕ ਹੁੰਦੇ ਹਨ ਮਨ ਦੇ ਰੋਗ। ਦੋਹਾਂ ਵਿੱਚ ਫਰਕ ਹੈ। ਤੁਹਾਡੇ ਘਰ ਵਿੱਚ ਕਿਸੇ ਜੀਅ ਨਾਲ ਵਿਚਾਰ ਨਾ ਰਲਣ 'ਤੇ ਕਲੇਸ਼ ਪਿਆ ਹੋਵੇ, ਤੁਸੀਂ ਇਹ ਨਹੀਂ ਕਹਿੰਦੇ ਮੇਰੀ ਬਾਂਹ ਦੁਖਦੀ ਹੈ, ਮੇਰੀ ਲੱਤ ਦੁਖਦੀ ਹੈ। ਉਦੋਂ ਤੁਸੀਂ ਕਹੋਗੇ ਕਿ ਮੇਰਾ ਮਨ ਦੁਖੀ ਹੈ। ਇੱਕ ਵੇਲੇ ਦੀ ਰੋਟੀ ਹੋਵੇ, ਦੂਜੇ ਵੇਲੇ ਦੀ ਨਾ ਹੋਵੇ, ਲੋਕਾਂ ਦਾ ਕਰਜ਼ਾ ਦੇਣਾ ਹੋਵੇ, ਤੁਸੀਂ ਕਹਿੰਦੇ ਹੋ ਮੇਰੇ ਮਨ ਨੂੰ ਚਿੰਤਾ ਲੱਗੀ ਹੋਈ ਹੈ, ਇਸ ਦੇ ਪੈਸੇ ਕਿਵੇਂ ਦਿਆਂਗਾ। ਭਾਵ ਚਿੰਤਾ, ਕਲਪਨਾ, ਪਰੇਸ਼ਾਨੀਆਂ, ਹਰ ਵਕਤ ਸੋਚਾਂ ਵਿੱਚ ਰਹਿਣਾ, ਇਹ ਮਨ ਦੇ ਰੋਗ ਹਨ। ਸਰੀਰ ਦਾ ਕੋਈ ਅੰਗ ਦੁਖਦਾ ਹੋਵੇ, ਹੱਥ ਦੁਖਦਾ ਹੋਵੇ, ਕੰਨ ਦੁਖਦੇ ਹੋਣ, ਮੋਢਾ ਦੁਖਦਾ ਹੋਵੇ, ਇਹ ਸਾਰੇ ਜੋ ਤਕਲੀਫਾਂ ਹਨ ਇਹ ਸਰੀਰ ਦੀਆਂ ਹਨ, ਇਹ ਤਨ ਦੇ ਰੋਗ ਹਨ। ਭਾਈ ਵੀਰ ਸਿੰਘ ਜੀ ਨੂੰ ਇੱਕ ਵਾਰੀ ਕਿਸੇ ਗਿਆਨੀ ਨੇ ਸਵਾਲ ਕਰ ਦਿੱਤਾ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਨਾਲ ਮਨ ਦੇ ਰੋਗ ਰਾਜੀ ਹੁੰਦੇ ਹਨ, ਪਰ ਇਹ ਬਾਣੀ ਤਨ ਦੇ ਰੋਗ ਕਿਵੇਂ ਦੂਰ ਕਰੇਗੀ? ਭਾਈ ਸਾਹਿਬ ਜੀ ਨੇ ਗਿਆਨੀ ਜੀ ਦੀ ਇਹ ਗੱਲ ਸੁਣ ਕੇ ਕਹਿਣ ਲੱਗੇ ਕਿ ਤੁਹਾਡੇ ਅੰਦਰ ਇਸ ਪਵਿੱਤਰ ਦਰਗਾਹੀ ਬਖਸ਼ਿਸ਼ ਨਾਲ ਭਰੀ ਹੋਈ ਬਾਣੀ ਬਾਰੇ ਸ਼ੰਕਾ ਹੈ। ਭਾਈ ਸਾਹਿਬ ਕਹਿੰਦੇ ਹਨ, ਗਿਆਨੀ ਜੀ, ਕੀ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੋ? ਗਿਆਨੀ ਜੀ ਕਹਿੰਦੇ ਹਨ, ਹਾਂਜੀ, ਰੋਜ਼ ਕਰਦਾ ਹਾਂ। ਭਾਈ ਸਾਹਿਬ ਕਹਿੰਦੇ ਹਨ, ਕੀ ਤੁਹਾਨੂੰ ਪਤਾ ਹੈ ਇਸ ਬਾਣੀ ਦੀ ਪਹਿਲੀ ਅਸ਼ਟਪਦੀ ਕਿੱਥੋਂ ਸ਼ੁਰੂ ਹੁੰਦੀ ਹੈ? ਉਹ ਕਹਿਣ ਲੱਗਾ, ਹਾਂਜੀ ਪਤਾ ਹੈ। ਭਾਈ ਸਾਹਿਬ ਕਹਿਣ ਲੱਗੇ, ਸਾਨੂੰ ਬੋਲ ਕੇ ਦੱਸੋ। ਗਿਆਨੀ ਜੀ ਪੜ੍ਹਨ ਲੱਗੇ, ਸਿਮਰਿਓ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਭਾਈ ਸਾਹਿਬ ਨੇ ਇੱਥੇ ਹੀ ਰੋਕ ਦਿੱਤਾ ਤੇ ਕਹਿਣ ਲੱਗੇ, ਗਿਆਨੀ ਜੀ ਕੀ ਪੜ੍ਹਿਆ ਹੈ? ਕਲ ਕਲੇਸ਼। ਗਿਆਨੀ ਜੀ ਨੇ ਅੱਗੋਂ ਪੰਗਤੀ ਪੂਰੀ ਕੀਤੀ, ਤਨ ਮਾਹੇ ਮਿਟਾਵੋ। ਭਾਈ ਸਾਹਿਬ ਕਹਿੰਦੇ ਹਨ, ਗਿਆਨੀ ਜੀ, ਇਹ ਤਾਂ ਨਹੀਂ ਲਿਖਿਆ ਕਿ ਮਨ ਮਾਹੇ ਮਿਟਾਵੋ, ਤਨ ਮਾਹੇ ਮਿਟਾਵੋ ਲਿਖਿਆ ਹੈ। ਭਾਵ ਸਰੀਰ 'ਤੇ ਵੀ ਜੇ ਕੋਈ ਕਲ ਕਲੇਸ਼ ਹੋਵੇ, ਭਾਵ ਤਕਲੀਫ ਹੋਵੇ, ਇਹ ਬਾਣੀ ਉਸ ਦਾ ਵੀ ਨਾਸ਼ ਕਰਦੀ ਹੈ। ਇਹ ਬਾਣੀ ਸਰੀਰਿਕ ਰੋਗਾਂ ਤੋਂ ਵੀ ਬਚਾਉਂਦੀ ਹੈ। ਤੁਸੀਂ ਕਦੀ ਨੋਟ ਕਰੋ, ਪੜ੍ਹੇ ਲਿਖੇ ਬੰਦੇ ਦਾ ਵਿਸ਼ਵਾਸ ਬਣਾਉਣਾ ਸਭ ਤੋਂ ਔਖਾ ਹੈ, ਕਿਉਂਕਿ ਪੜ੍ਹਿਆ ਲਿਖਿਆ ਵਿਦਵਾਨ ਹਰ ਵੇਲੇ ਦਿਮਾਗ ਨੂੰ, ਅਕਲ ਨੂੰ ਅੱਗੇ ਰੱਖਦਾ ਹੈ। ਤੁਸੀਂ ਵੀ ਜ਼ਰਾ ਪਾਓ ਆਪਣੇ ਮਨ 'ਤੇ ਝਾਤੀ, ਜ਼ਿੰਦਗੀ ਦੇ ਹਰ ਮੋੜ 'ਤੇ ਆਪਣੀ ਅਕਲ ਅੱਗੇ ਰੱਖਦੇ ਹੋ ਜਾਂ ਪਰਮੇਸ਼ਰ 'ਤੇ ਭਰੋਸਾ ਅੱਗੇ ਰੱਖਦੇ ਹੋ। ਬਹੁਤ ਜ਼ਿਆਦਾ ਗੱਲਾਂ ਦਾ ਗਿਆਨੀ, ਗੱਲਾਂ ਦਾ ਵਿਦਵਾਨ ਅਕਲ ਨੂੰ ਅੱਗੇ ਰੱਖੇਗਾ, ਆਪਣੀ ਸਿਆਣਪ ਨੂੰ ਅੱਗੇ ਰੱਖੇਗਾ। ਨਾਮ ਜਪਣ ਵਾਲੇ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੋਏ ਅੰਦਰ ਭਰੋਸਾ ਹੁੰਦਾ ਹੈ। ਮਹਾਂਪੁਰਸ਼ ਬੈਠੇ ਸਨ, ਕਿਸੇ ਨੇ ਆਖਿਆ, ਮਹਾਂਪੁਰਸ਼ੋ ਸ਼ਬਦ ਦਾ ਜਾਪ ਦਿਓ। ਉਹਨਾਂ ਨੇ ਜਦੋਂ ਸ਼ਬਦ ਦਾ ਜਾਪ ਦਿੱਤਾ ਤਾਂ ਉਹ ਸਰੀਰ ਕਹਿਣ ਲੱਗਾ ਕਿ ਪ੍ਰਾਪਤੀ ਕਿੰਨੀ ਦੇਰ ਵਿੱਚ ਹੋਵੇਗੀ? ਮਹਾਂਪੁਰਸ਼ ਕਹਿਣ ਲੱਗੇ, 6 ਮਹੀਨੇ ਵਿੱਚ। ਨਾਲ ਹੀ ਕੋਈ ਹੋਰ ਸਰੀਰ ਵੀ ਖੜਾ ਸੀ, ਉਹ ਵੀ ਕਹਿਣ ਲੱਗਾ, ਮੈਨੂੰ ਵੀ ਸ਼ਬਦ ਦਾ ਜਾਪ ਦਿਓ। ਜਦੋਂ ਉਸ ਨੂੰ ਜਾਪ ਦਿੱਤਾ ਤਾਂ ਉਸਨੇ ਵੀ ਪੁੱਛ ਲਿਆ, ਕਿੰਨੇ ਕੁ ਚਿਰ ਦੇ ਵਿੱਚ ਮੈਨੂੰ ਪ੍ਰਾਪਤੀ ਹੋਵੇਗੀ?
ਮਹਾਂਪੁਰਸ਼ ਕਹਿੰਦੇ ਹਨ 3 ਸਾਲ ਲੱਗਣਗੇ। ਉਹ ਸਰੀਰ ਬੜਾ ਹੈਰਾਨ, ਕਹਿਣ ਲੱਗਾ ਉਹ ਕੋਰਾ ਅਨਪੜ੍ਹ ਹੈ, ਉਸ ਨੂੰ ਤੁਸੀਂ ਕਿਹਾ 6 ਮਹੀਨੇ ਲੱਗਣਗੇ, ਜਦ ਕਿ ਮੈਂ ਪੜ੍ਹਿਆ ਲਿਖਿਆ ਹਾਂ, ਮੈਨੂੰ ਤੁਸੀਂ ਕਹਿ ਦਿੱਤਾ ਹੈ 3 ਸਾਲ ਲੱਗਣਗੇ ਪ੍ਰਾਪਤੀ ਨੂੰ। ਇਹ ਕਿਉਂ? ਮਹਾਂਪੁਰਸ਼ ਕਹਿਣ ਲੱਗੇ ਉਸ ਅੰਦਰ ਹੰਕਾਰ ਨਹੀਂ ਹੈ। ਅਨਪੜ੍ਹ ਹੋਣ ਕਾਰਨ ਜ਼ਮੀਨ ਪੱਧਰੀ ਹੋਈ ਪਈ ਹੈ, ਕੋਈ ਕਮਰਾ ਬਣਿਆ ਹੀ ਨਹੀਂ, ਜਦ ਕਿ ਤੇਰੇ ਅੰਦਰ ਇੰਨੇ ਕੁ ਸਿਆਣਪਾਂ ਦੇ ਕਮਰੇ ਬਣੇ ਹਨ, 3 ਸਾਲ ਤਾਂ ਉਹਨਾਂ ਨੂੰ ਢਹਿੰਦਿਆਂ ਹੀ ਲੱਗ ਜਾਣਗੇ। ਭਾਵ ਪੜ੍ਹੇ ਲਿਖੇ ਬੰਦੇ ਦਾ ਇਤਬਾਰ ਬਣਾਉਣਾ ਬੜਾ ਔਖਾ ਹੁੰਦਾ ਹੈ। ਇਹ ਕਿੱਡੀ ਵੱਡੀ ਪ੍ਰਸੰਨਤਾ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੜ੍ਹੇ ਲਿਖੇ ਡਾਕਟਰਾਂ ਦੀਆਂ ਟੀਮਾਂ ਨੇ ਕੈਂਪ ਲਗਾ ਕੇ ਨਿਚੋੜ ਕੱਢ ਕੇ ਆਪਣੀਆਂ ਕਿਤਾਬਾਂ ਵਿੱਚ ਫੈਸਲੇ ਦਿੱਤੇ ਹਨ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਤਨ ਦੇ ਰੋਗ ਵੀ ਰਾਜੀ ਕਰਦੀ ਹੈ। ਕੁਝ ਸਾਲ ਪਹਿਲਾਂ ਦੀ ਗੱਲ ਹੈ, ਜਿਸ ਘਰ ਵਿੱਚ ਪਾਠ ਹੁੰਦਾ ਸੀ ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾਕਟਰਾਂ ਦੀ ਟੀਮ ਆਉਂਦੀ ਸੀ ਤੇ ਉਸ ਘਰ ਦੇ ਬਾਹਰ ਮੇਜ਼ ਲਗਾ ਲੈਂਦੀ ਸੀ। ਜਿਸ ਨੇ ਵੀ ਅੰਦਰ ਜਾਣਾ ਉਸਦਾ ਬਲੱਡ ਪ੍ਰੈਸ਼ਰ ਉਹਨਾਂ ਡਾਕਟਰਾਂ ਨੇ ਚੈੱਕ ਕਰਕੇ ਭੇਜਣਾ। ਜਿਨ੍ਹਾਂ ਦਾ ਵੀ ਬਲੱਡ ਪ੍ਰੈਸ਼ਰ ਘੱਟ ਜਾਂ ਵੱਧ ਹੁੰਦਾ ਉਹਨਾਂ ਦਾ ਨਾਂ, ਉਮਰ ਨੋਟ ਕਰਨੀ, ਭੋਗ ਪੈਣ ਤੋਂ ਬਾਅਦ ਉਹਨਾਂ ਦੇ ਦੁਬਾਰਾ ਬਲੱਡ ਪ੍ਰੈਸ਼ਰ ਚੈੱਕ ਕਰਨੇ ਤੇ ਠੀਕ ਹੋਣੇ। ਉਹਨਾਂ ਨੇ ਕੈਂਪ ਲਗਾ ਕੇ ਵੇਰਵੇ ਸਹਿਤ ਨਿਚੋੜ ਦਿੱਤਾ ਹੈ ਕਿ ਜਿਹੜਾ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹੇ ਜਾਂ ਸੁਣੇ ਉਹ ਬਲੱਡ ਪ੍ਰੈਸ਼ਰ, ਚਿੰਤਾ ਆਦਿ ਦੇ ਰੋਗਾਂ ਤੋਂ ਬਚਿਆ ਰਹਿੰਦਾ ਹੈ। ਤੁਸੀਂ ਵੀ ਕਦੀ ਅਜਮਾ ਲਿਓ, ਭਾਵੇਂ ਤੁਹਾਡੇ ਵੀ ਘਰ ਵਿੱਚ ਕੋਈ ਸਰੀਰ ਬਿਮਾਰ ਹੋਵੇ ਜਾਂ ਤੁਹਾਡਾ ਬੱਚਾ ਬਿਮਾਰ ਹੋਵੇ, ਦਵਾਈ ਲਿਆਓ, ਦਵਾਈ ਦਿਓ, ਪਰ ਨਾਲ ਹੀ ਉਸ ਦੇ ਸਿਰਹਾਣੇ ਬੈਠ ਕੇ ਇੱਕ ਪਾਠ ਸੁਖਮਨੀ ਸਾਹਿਬ ਦਾ ਕਰੋ। ਵੇਖੋ ਦਵਾਈ ਕਿਵੇਂ ਅਸਰ ਕਰਦੀ ਹੈ। ਦਵਾਈ ਵਿੱਚ ਨਾਲ ਗੁਰਬਾਣੀ ਦੀ ਤਾਕਤ, ਗੁਰਬਾਣੀ ਦੀ ਬਖਸ਼ਿਸ਼ ਵੀ ਸ਼ਾਮਲ ਹੋ ਜਾਵੇਗੀ। ਅੰਮ੍ਰਿਤਸਰ ਦਾਸ ਦੀ ਕੀਰਤਨ ਦੀ ਹਾਜ਼ਰੀ ਇੱਕ ਫੈਕਟਰੀ ਵਿੱਚ ਸੀ। ਵੇਰਕੇ ਬਾਈਪਾਸ 'ਤੇ ਅਵਿਚਲ ਟੈਕਸਟਾਈਲ ਨਾਮ ਦੀ ਫੈਕਟਰੀ, ਜਿੱਥੇ ਕੀਰਤਨ ਸੀ। ਮਾਂ ਬਲੀ ਯੋਧੇ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਤੇ ਗੁਰਬਾਣੀ ਦਾ ਪ੍ਰਕਰਨ ਲੱਗਿਆ। ਕੀਰਤਨ ਉਪਰੰਤ ਇੱਕ ਸੱਜਣ ਨੇ ਦਾਸ ਨੂੰ ਕਿਹਾ, ਮੈਨੂੰ 5 ਮਿੰਟ ਦਾ ਸਮਾਂ ਦਿਓ। ਦਾਸ ਨੇ ਕਿਹਾ, ਦੱਸੋ। ਉਹ ਸੱਜਣ ਕਹਿਣ ਲੱਗੇ, ਮੇਰਾ ਨਾਮ ਡਾਕਟਰ ਪਰਮਜੀਤ ਸਿੰਘ ਰਾਣਾ ਹੈ। ਦਾਸ ਨੇ ਆਖਿਆ, ਖੁਸ਼ੀ ਹੋਈ ਮਿਲ ਕੇ, ਸੇਵਾ ਦੱਸੋ। ਆਖਣ ਲੱਗੇ, ਮੈਂ ਇੱਕ ਡਾਕਟਰ ਹਾਂ, ਗੁਰਬਾਣੀ ਦੀ ਬਖਸ਼ਿਸ਼ ਕਈ ਵਾਰ ਮੇਰੇ ਨਾਲ ਵੀ ਬੀਤੀ ਹੈ। ਇੱਕ ਘਟਨਾ ਸੁਣਾਉਣੀ ਚਾਹੁੰਦਾ ਵਾਂ। ਮੇਰੇ ਕਲੀਨਿਕ 'ਤੇ ਇੱਕ ਬੀਬੀ, ਜਿਸ ਨੂੰ ਰਸੌਲੀ ਸੀ ਛਾਤੀ ਦੇ ਕੋਲ। ਐਕਸਰੇ ਤੋਂ ਬਾਅਦ ਮੈਂ ਕਿਹਾ, ਬੀਬੀ ਜੀ ਆਪਰੇਸ਼ਨ ਕਰਨਾ ਪਵੇਗਾ। 10 ਦਿਨ ਦਾ ਸਮਾਂ ਦਿੱਤਾ। 10 ਦਿਨ ਬਾਅਦ ਜਦੋਂ ਬੀਬੀ ਆਪਰੇਸ਼ਨ ਲਈ ਆਈ, ਮੈਂ ਦੁਬਾਰਾ ਐਕਸਰੇ ਲਿਆ। ਉਹ ਕਹਿਣ ਲੱਗੇ ਕਿ ਮੇਰੀ ਹੈਰਾਨੀ ਦਾ ਹੱਦ ਨਾ ਰਿਹਾ ਕਿ ਰਸੌਲੀ ਨਾਮ ਦੀ ਸਰੀਰ ਵਿੱਚ ਕੋਈ ਚੀਜ਼ ਹੀ ਨਹੀਂ। ਮੈਂ ਪਹਿਲਾਂ ਐਕਸਰਾ ਵੇਖਿਆ, ਉਸ ਵਿੱਚ ਰਸੌਲੀ ਹੈ, ਨਵੇਂ ਐਕਸਰੇ ਵਿੱਚ ਰਸੌਲੀ ਹੈ ਹੀ ਨਹੀਂ। ਡਾਕਟਰ ਰਾਣਾ ਕਹਿਣ ਲੱਗੇ, ਇਹ ਕਿਵੇਂ ਹੋ ਸਕਦਾ ਹੈ? ਪਹਿਲੇ ਐਕਸਰੇ ਵਿੱਚ ਰਸੌਲੀ ਹੈ, ਅੱਜ ਵਾਲੇ ਵਿੱਚ ਹੈ ਹੀ ਨਹੀਂ। ਉਹ ਕਹਿੰਦੇ, ਬੀਬੀ ਨੇ ਦੱਸਿਆ ਕਿ ਜਦੋਂ ਮੈਂ 10 ਦਿਨ ਪਹਿਲਾਂ ਆਪ ਜੀ ਕੋਲੋਂ ਤਾਰੀਖ ਲੈ ਕੇ ਗਈ ਸੀ ਤਾਂ ਰਸਤੇ ਵਿੱਚ ਕਿਸੇ ਗੁਰਮੁਖ ਨਾਲ ਸਾਰੀ ਗੱਲ ਸਾਂਝੀ ਹੋਈ। ਉਸਨੇ ਕਿਹਾ, ਬਾਬਾ ਦੀਪ ਸਿੰਘ ਜੀ ਕਲਗੀਧਰ ਦੇ ਪਿਆਰੇ ਹਨ, ਬਾਣੀ ਪੜ੍ਹਨ ਵਾਲੇ ਤੇ ਬਹੁਤ ਦਿਆਲੂ ਹੁੰਦੇ ਹਨ। ਉਹਨਾਂ ਨੇ ਰਸਤਾ ਦੱਸਿਆ ਕਿ ਬਾਬਾ ਜੀ ਦੇ ਅਸਥਾਨ 'ਤੇ ਜਾ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਰੋਜ਼ ਕਰੋ ਤੇ ਜੋਤ ਦਾ ਘਿਓ ਰਸੌਲੀ ਵਾਲੀ ਜਗ੍ਹਾ 'ਤੇ ਲਗਾਓ, ਅਰਦਾਸ ਕਰੋ, ਸਤਿਗੁਰ ਮਿਹਰ ਕਰਨਗੇ। ਡਾਕਟਰ ਸਾਹਿਬ ਕਹਿੰਦੇ, ਉਸ ਬੀਬੀ ਨੇ ਦੱਸਿਆ ਕਿ ਉਹ ਗੁਰਮੁਖ ਦੇ ਕਹੇ ਅਨੁਸਾਰ ਰੋਜ਼ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀ ਰਹੀ ਤੇ ਜੋਤ ਦਾ ਘਿਓ ਲਗਾਉਂਦੀ ਰਹੀ। ਮੈਂ ਸਭ ਕੁਝ ਇਸ ਲਈ ਕੀਤਾ ਹੈ ਕਿ ਆਪਰੇਸ਼ਨ ਠੀਕ ਹੋ ਜਾਵੇ। ਪਰ ਡਾਕਟਰ ਸਾਹਿਬ ਕਹਿਣ ਲੱਗੇ, ਮੈਂ ਆਖਿਆ, ਬੀਬੀ, ਸੁਖਮਨੀ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੀ ਜੋਤ ਦੇ ਘਿਓ ਸਦਕਾ ਰਸੌਲੀ ਸੜ ਗਈ ਹੈ। ਦਾਸ ਕੋਲ ਉਸ ਡਾਕਟਰ ਦਾ ਐਡਰੈਸ ਹੈ। ਕਿਸੇ ਨੂੰ ਸ਼ੱਕ ਹੋਵੇ ਉਹ ਉਹਨਾਂ ਨੂੰ ਮਿਲ ਕੇ ਸ਼ੱਕ ਦੂਰ ਕਰ ਸਕਦਾ ਹੈ। ਅਮਰੀਕਾ ਦੀ ਨਾਸਾ ਯੂਨੀਵਰਸਿਟੀ ਵਿੱਚ ਨੌਕਰੀ ਕਰਨ ਵਾਲਾ ਇੱਕ ਚੋਟੀ ਦਾ 64 ਸਾਲ ਦਾ ਸਾਇੰਟਿਸਟ ਸ਼੍ਰੀ ਵਾਸੂ ਭਾਰਦਵਾਜ, ਜਿਸ ਨੇ ਚੰਦ ਗ੍ਰਹਿ ਤੇ ਮੰਗਲ ਗ੍ਰਹਿ ਬਾਰੇ 2 ਕਿਤਾਬਾਂ ਵੀ ਲਿਖੀਆਂ ਹਨ, ਉਹਨਾਂ ਆਪਣੀ ਜ਼ਬਾਨੀ ਦੱਸਿਆ ਹੈ, ਮੈਂ ਪੱਕਾ ਨਾਸਤਿਕ ਸੀ। ਮੇਰੀ ਪਤਨੀ ਸਿੰਧੀ ਪਰਿਵਾਰ ਵਿੱਚੋਂ ਸੀ ਤੇ ਉਸਦੀ ਗੁਰਬਾਣੀ 'ਤੇ ਬਹੁਤ ਸ਼ਰਧਾ ਸੀ। ਉਹਨਾਂ ਦੱਸਿਆ ਕਿ ਉਹਨਾਂ ਦੇ ਸਿਰ ਵਿੱਚ ਟਿਊਮਰ ਹੋ ਗਿਆ, ਜਿਸ ਤੋਂ ਕੈਂਸਰ ਦਾ ਭਿਆਨਕ ਰੋਗ ਹੋ ਗਿਆ।
ਇਹ ਟਿਊਮਰ ਸੱਜੇ ਕੰਨ ਦੇ ਉੱਪਰ ਹੋਣ ਕਾਰਨ ਸੱਜੇ ਕੰਨ ਤੋਂ ਸੁਣਾਈ ਦੇਣਾ ਬਿਲਕੁਲ ਬੰਦ ਹੋ ਗਿਆ। ਵੱਡੇ ਵੱਡੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਇਸ ਦਾ ਕੋਈ ਇਲਾਜ ਨਹੀਂ, ਤੁਸੀਂ ਇਸ ਕੰਨ ਤੋਂ ਕਦੀ ਵੀ ਸੁਣ ਨਹੀਂ ਸਕੋਗੇ। ਜਦੋਂ ਡਾਕਟਰਾਂ ਨੇ ਸਿਰ ਦੇ ਟਿਊਮਰ ਦੇ ਨਮੂਨੇ ਲਏ ਤੇ ਰਿਪੋਰਟਾਂ ਰਾਹੀਂ ਦੱਸਿਆ ਕਿ ਤੁਸੀਂ ਕੇਵਲ 15-20 ਦਿਨ ਦੇ ਹੀ ਮਹਿਮਾਨ ਹੋ। ਉਹਨਾਂ ਦੱਸਿਆ ਕਿ ਮੇਰੀ ਸਾਲੀ ਇੱਕ ਸਿੱਖ ਪਰਿਵਾਰ ਵਿੱਚ ਵਿਆਹੀ ਗਈ ਸੀ ਤੇ ਉਸ ਦਾ ਗੁਰਬਾਣੀ ਤੇ ਬਹੁਤ ਵਿਸ਼ਵਾਸ ਸੀ। ਉਸਨੇ ਰੋਜ਼ ਹਸਪਤਾਲ ਵਿੱਚ ਮੈਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਉਣਾ ਸ਼ੁਰੂ ਕਰ ਦਿੱਤਾ ਤੇ ਹਰਿਮੰਦਰ ਸਾਹਿਬ ਅਖੰਡ ਪਾਠ ਬੁੱਕ ਕਰਵਾ ਦਿੱਤਾ। ਉਸ ਪਰਮਾਤਮਾ ਦੀ ਕਿਰਪਾ ਮੇਰੀ ਹਾਲਤ ਬਾਰੇ ਜਾਣ ਕੇ ਉਹਨਾਂ ਨੇ ਜਲਦੀ ਹੀ ਵਾਰੀ ਦੇ ਦਿੱਤੀ। ਕਿਸੇ ਤਰੀਕੇ ਸਟ੍ਰੈਚਰ 'ਤੇ ਪਾ ਕੇ ਮੈਨੂੰ ਅਖੰਡ ਪਾਠ ਵਾਲੇ ਕਮਰੇ ਵਿੱਚ ਪਹੁੰਚਾਇਆ ਗਿਆ। ਉਹਨਾਂ ਦੱਸਿਆ ਕਿ ਡਾਕਟਰਾਂ ਵੱਲੋਂ ਮੈਨੂੰ ਚੌਂਕੜੀ ਮਾਰ ਕੇ ਬੈਠਣ ਦੀ ਮਨਾਹੀ ਸੀ, ਕਿਉਂਕਿ ਕਮਜ਼ੋਰੀ ਕਾਰਨ ਹੱਡੀਆਂ ਬਹੁਤ ਜ਼ਿਆਦਾ ਕਮਜ਼ੋਰ ਹੋ ਗਈਆਂ ਸਨ। ਪਰ ਅਖੰਡ ਪਾਠ ਚੱਲਦੇ ਚੱਲਦੇ ਜਦੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ 'ਤੇ ਆਇਆ ਤਾਂ ਮੈਂ ਚੌਂਕੜੀ ਮਾਰ ਕੇ ਬੈਠ ਗਿਆ ਤੇ ਬੜੇ ਪਿਆਰ ਤੇ ਭਾਵਨਾ ਨਾਲ ਪਾਠ ਸੁਣਨ ਲੱਗ ਪਿਆ। ਕਹਿੰਦੇ ਹਨ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਸੁਣਦੇ ਸੁਣਦੇ ਮੇਰੇ ਅੰਦਰ ਕੁਝ ਅਜੀਬ ਤਰ੍ਹਾਂ ਦੀ ਵਾਈਬ੍ਰੇਸ਼ਨ ਹੋਣ ਲੱਗ ਪਈ। ਇਸ ਵਾਈਬ੍ਰੇਸ਼ਨ ਨਾਲ ਇਸ ਸਮੇਂ ਦੌਰਾਨ ਇੱਕ ਅਜੀਬ ਬਖਸ਼ਿਸ਼ ਵਰਤੀ ਕਿ ਮੇਰਾ ਸੱਜਾ ਕੰਨ ਜੋ ਬਿਲਕੁਲ ਬੰਦ ਹੋ ਚੁੱਕਾ ਸੀ ਇੱਕਦਮ ਖੁੱਲ੍ਹ ਗਿਆ। ਅਖੰਡ ਪਾਠ ਦੇ ਭੋਗ ਤੋਂ ਬਾਅਦ ਮੈਂ ਆਪਣੇ ਪੈਰਾਂ 'ਤੇ ਖੜ੍ਹਾ ਹੋ ਗਿਆ ਤੇ ਪੈਦਲ ਚੱਲ ਕੇ ਆਪਣੇ ਕਮਰੇ ਤੱਕ ਗਿਆ। ਅਖੰਡ ਪਾਠ ਰੱਖਣ ਵੇਲੇ ਮੈਂ ਆਇਆ ਸਟ੍ਰੈਚਰ 'ਤੇ ਸਾਂ, ਪਰ ਵਾਪਸੀ ਸਮੇਂ ਪੈਦਲ ਚੱਲ ਕੇ ਕਮਰੇ ਤੱਕ ਗਿਆ। ਮੇਰੇ ਪਰਿਵਾਰ ਵਾਲੇ ਤੇ ਮੈਂ ਸਭ ਹੈਰਾਨ ਸਾਂ। ਆਪਣੇ ਸ਼ਹਿਰ ਸੂਰਤ ਵਿਖੇ ਜਾ ਕੇ ਜਦੋਂ ਆਪਣੇ ਟੈਸਟ ਡਾਕਟਰਾਂ ਪਾਸੋਂ ਦੁਬਾਰਾ ਕਰਵਾਏ ਤਾਂ ਪਤਾ ਚੱਲਿਆ ਕਿ ਸਰੀਰ ਵਿੱਚੋਂ ਕੈਂਸਰ ਖਤਮ ਹੋ ਚੁੱਕਿਆ ਸੀ। ਕੈਂਸਰ ਦੇ ਪ੍ਰਸਿੱਧ ਡਾਕਟਰ ਵੀ ਸੁਖਮਨੀ ਸਾਹਿਬ ਦੀ ਬਾਣੀ ਦੀ ਤਾਕਤ ਨੂੰ ਮੰਨ ਗਏ। ਹੋ ਸਕਦਾ ਹੈ ਕਿ ਕੋਈ ਇਸ ਗੱਲ ਨੂੰ ਨਾ ਮੰਨੇ, ਪਰ ਡਾਕਟਰ ਵਾਸੂ ਭਾਰਦਵਾਜ ਜੀ ਨੇ ਕੈਂਸਰ ਠੀਕ ਹੋਣ ਦੀਆਂ ਰਿਪੋਰਟਾਂ ਲਗਭਗ 200 ਦੀਵਾਨਾਂ ਵਿੱਚ ਸੰਗਤਾਂ ਨੂੰ ਵੀ ਵਿਖਾਈਆਂ ਸਨ। ਕਈ ਵਾਰੀ ਪਰਮਾਤਮਾ ਵੱਲੋਂ ਮਿਲੇ ਹੋਏ ਸੁੱਖਾਂ ਵਿੱਚ ਬੰਦਾ ਇੰਨਾ ਕੁ ਗਵਾ ਜਾਂਦਾ ਹੈ ਕਿ ਸੁੱਖਾਂ ਦਾ ਦਾਤਾ ਪਰਮਾਤਮਾ ਉਸ ਨੂੰ ਵਿਸਰ ਜਾਂਦਾ ਹੈ ਤੇ ਸੁੱਖ ਦੇਣ ਵਾਲੇ ਪਰਮਾਤਮਾ ਨੂੰ ਵਿਸਰ ਜਾਣ ਕਰਕੇ ਜੀਵ ਸਰੀਰਕ, ਮਾਨਸਿਕ, ਆਤਮਿਕ ਤੌਰ 'ਤੇ ਰੋਗੀ ਹੋ ਜਾਂਦਾ ਹੈ। ਦੁੱਖ ਵੇਲੇ ਪਰਮਾਤਮਾ ਚੇਤੇ ਆਉਣ ਕਾਰਨ ਜੀਵ ਪ੍ਰਭੂ ਦੇ ਨੇੜੇ ਹੋ ਜਾਂਦੇ ਹਨ ਤੇ ਇਹ ਦੁੱਖ ਹੀ ਉਸ ਦੇ ਲਈ ਦਾਰੂ ਬਣ ਜਾਂਦਾ ਹੈ। ਬਾਣੀ ਵਿੱਚ ਵੀ ਲਿਖਿਆ ਹੈ, ਦੁੱਖ ਦਾਰੂ ਸੁਖ ਰੋਗ ਪਿਆ। ਦਾਸ ਦਾਵੇ ਨਾਲ, ਗੁਰੂ ਦੇ ਭਰੋਸੇ ਨਾਲ, ਬਾਣੀ ਦੀ ਤਾਕਤ ਦੇ ਭਰੋਸੇ ਨਾਲ ਲਿਖ ਰਿਹਾ ਹੈ ਕਿ ਜੇਕਰ ਤੁਹਾਡੇ ਤੇ ਕੋਈ ਵੀ ਬਿਪਤਾ ਬਣ ਜਾਵੇ, ਮੁਸ਼ਕਲ ਬਣ ਜਾਵੇ, ਤਾਂ ਘਰ ਵਿੱਚ ਇੱਕ ਸੁਖਮਨੀ ਸਾਹਿਬ ਗੁਟਕੇ ਤੋਂ ਹੀ ਸ਼ੁਰੂ ਕਰ ਦਿਆ ਕਰੋ। ਇੱਕ ਤੋਂ ਬਾਅਦ ਦੂਸਰਾ ਸਰੀਰ ਉਸੇ ਵੇਲੇ ਅਗਲੀ ਪੰਗਤੀ ਤੇ ਉਂਗਲ ਰੱਖ ਕੇ ਸ਼ੁਰੂ ਕਰ ਦੇਵੇ। ਇਸ ਤਰ੍ਹਾਂ ਦੁੱਖ ਦਾ ਸਮਾਂ ਘਟਣਾ ਸ਼ੁਰੂ ਹੋ ਜਾਂਦਾ ਹੈ। ਥੋੜ੍ਹੇ ਦਿਨਾਂ ਦੀ ਗੱਲ ਹੈ ਕਿ ਸੰਗਤ ਵਿੱਚੋਂ ਕਿਸੇ ਪ੍ਰੇਮੀ ਦਾ ਰਾਤ 9:30 ਵਜੇ ਫੋਨ ਆਇਆ ਕਿ ਸਾਡਾ 3 ਮਹੀਨੇ ਦਾ ਬੱਚਾ ਇੰਨਾ ਬਿਮਾਰ ਹੋ ਗਿਆ ਹੈ ਕਿ ਉਸਨੇ ਸਿਰ ਸੁੱਟ ਦਿੱਤਾ ਹੈ। ਛੁੱਟੀ ਦਾ ਦਿਨ ਹੋਣ ਕਾਰਨ ਕੋਈ ਡਾਕਟਰ ਵੀ ਨਹੀਂ ਮਿਲ ਰਿਹਾ। ਦਾਸ ਨੇ ਫੋਨ 'ਤੇ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਆਖਿਆ, ਘਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿਓ। ਇੱਕ ਸਰੀਰ ਥੱਕ ਜਾਵੇ ਤਾਂ ਗੁਟਕਾ ਸਾਹਿਬ 'ਤੇ ਹੀ ਉਂਗਲ ਨਾਲ ਪੰਗਤੀ ਦੱਸ ਕੇ ਦੂਜੇ ਸਰੀਰ ਨੂੰ ਬਿਠਾ ਦੇਣਾ। ਸੁਖਮਨੀ ਸਾਹਿਬ ਦੀ ਬਾਣੀ ਦੀ ਬਖਸ਼ਿਸ਼ ਦਾ ਸਦਕਾ ਕੋਈ ਘੰਟੇ ਬਾਅਦ ਹੀ ਉਸ ਦਾ ਦੁਬਾਰਾ ਫੋਨ ਆਇਆ। ਕਹਿਣ ਲੱਗਾ, ਸ਼ਾਮ ਦੇ 6 ਵਜੇ ਦੇ ਚੱਕਰ ਕੱਟਦੇ ਪਏ ਸੀ, ਫੈਮਿਲੀ ਡਾਕਟਰ ਨਹੀਂ ਸੀ ਮਿਲਦਾ ਪਿਆ। ਜਦੋਂ ਘਰ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਤਾਂ ਥੋੜ੍ਹੀ ਦੇਰ ਬਾਅਦ ਹੀ ਡਾਕਟਰ ਮਿਲ ਗਿਆ। ਜੋ ਉਸ ਨੇ ਟੀਕਾ ਲਗਾਇਆ ਉਹ ਵੀ ਅਸਰ ਕਰ ਗਿਆ ਹੈ। ਡਾਕਟਰ ਨੇ ਆਖਿਆ ਹੈ ਕਿ ਹੁਣ ਖਤਰੇ ਵਾਲੀ ਕੋਈ ਗੱਲ ਨਹੀਂ। ਜਿਹੜਾ ਬੱਚੇ ਨੇ ਸਿਰ ਸੁੱਟ ਦਿੱਤਾ ਸੀ ਉਹ ਵੀ ਠੀਕ ਹੋ ਗਿਆ ਹੈ। ਵੇਖੋ, ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀ ਸਭ ਬਿਧ ਬਣ ਗਈ। ਫੈਮਿਲੀ ਡਾਕਟਰ ਵੀ ਮਿਲ ਗਿਆ, ਦਵਾਈ ਵੀ ਸਹੀ ਅਸਰ ਕਰ ਗਈ। ਇੱਕ ਹੋਰ ਵਾਕਿਆ ਦਾਸ ਸਾਂਝਾ ਕਰਨਾ ਚਾਹੁੰਦਾ ਹੈ। ਕੋਈ ਵੀ ਉਦਾਹਰਣ ਇਸ ਕਰਕੇ ਦਿੱਤੀ ਜਾਂਦੀ ਹੈ ਕਿਉਂਕਿ ਨਹੀਂ ਤਾਂ ਤੁਸੀਂ ਕਹੋਗੇ ਐਵੇਂ ਗੱਲਾਂ ਹੀ ਹਨ। ਐਵੇਂ ਕਦੇ ਰੋਗੀ ਵੀ ਰਾਜੀ ਹੁੰਦੇ ਹਨ। ਵਾਪਰੀਆਂ ਹੋਈਆਂ ਉਦਾਹਰਣਾਂ ਨੂੰ ਪੜ੍ਹ ਕੇ ਗੱਲ ਹਿਰਦੇ ਨੂੰ ਲੱਗ ਜਾਂਦੀ ਹੈ, ਭਰੋਸਾ ਬਣ ਜਾਂਦਾ ਹੈ। ਮਹਿੰਦਰ ਸਿੰਘ ਨਾਂ ਦਾ ਇੱਕ ਵਿਅਕਤੀ ਪਤਾ ਨਹੀਂ ਕਿਹੜਾ ਕਰਮ ਅੱਗੇ ਆ ਗਿਆ, ਛਾਤੀ ਵਿੱਚ ਟੀਵੀ ਹੋ ਗਈ। ਡਾਕਟਰਾਂ ਨੇ ਚੈੱਕ ਕਰਨ 'ਤੇ ਦੱਸਿਆ ਕਿ ਤੀਸਰੀ ਸਟੇਜ ਦੀ ਟੀਵੀ ਹੈ।
ਆਪ ਜੀ ਸਾਰੇ ਪੜ੍ਹੇ ਲਿਖੇ ਸਮਝਦਾਰ ਹੋ, ਜਾਣਦੇ ਹੋ ਕਿ ਪਹਿਲੀ ਦੂਸਰੀ ਸਟੇਜ 'ਤੇ ਟੀਵੀ ਦਵਾਈਆਂ ਨਾਲ ਪਕੜ ਵਿੱਚ ਆ ਸਕਦੀ ਹੈ, ਪਰ ਤੀਸਰੀ ਸਟੇਜ ਦੀ ਬਿਮਾਰੀ ਬਹੁਤ ਖਤਰਨਾਕ ਹੁੰਦੀ ਹੈ। ਡਾਕਟਰਾਂ ਨੇ ਦਵਾਈਆਂ ਤਾਂ ਦਿੱਤੀਆਂ, ਪਰ ਨਾਲ ਹੀ ਕਿਹਾ ਕਿ ਪਤਾ ਨਹੀਂ ਰਾਜੀ ਹੋਵੇਂ ਕਿ ਨਾ। ਨਾਲ ਹੀ ਇਹ ਹਿਦਾਇਤ ਵੀ ਦਿੱਤੀ ਕਿ ਕਿਧਰੇ ਆਉਣਾ ਜਾਣਾ ਹੋਵੇ ਤਾਂ ਕੋਈ ਕੰਮ ਕਰਨਾ ਹੋਵੇ, ਮੂੰਹ 'ਤੇ ਕੱਪੜਾ ਬੰਨ੍ਹ ਕੇ ਰੱਖਣਾ, ਨਹੀਂ ਤਾਂ ਤੇਰੀ ਹਵਾ ਦੇ ਨਾਲ ਕਿਸੇ ਹੋਰ ਨੂੰ ਵੀ ਇਹ ਰੋਗ ਹੋ ਜਾਣ ਦਾ ਡਰ ਹੈ। ਇਹ ਮਹਿੰਦਰ ਸਿੰਘ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਸੰਗੀ ਸੀ। ਜਦੋਂ ਇਸ ਨੇ ਆਪਣਾ ਦੁੱਖ ਉਹਨਾਂ ਨੂੰ ਦੱਸਿਆ ਤਾਂ ਕਹਿਣ ਲੱਗੇ, ਇੰਨਾ ਉਦਾਸ ਕਿਉਂ ਹੋ ਗਿਆ ਹੈ? ਦਿਲ ਨਾ ਛੱਡ। ਇੱਕ ਪਾਠ ਸੁਖਮਨੀ ਸਾਹਿਬ ਦਾ ਸਵੇਰੇ, ਇੱਕ ਪਾਠ ਸੁਖਮਨੀ ਸਾਹਿਬ ਦਾ ਸ਼ਾਮ ਨੂੰ ਬੰਗਲਾ ਸਾਹਿਬ ਗੁਰਦੁਆਰੇ ਬੈਠ ਕੇ ਕਰਨਾ ਹੈ। ਜਿੱਥੇ ਸੰਗਤਾਂ ਚਰਨ ਧੋਂਦੀਆਂ ਹਨ ਉੱਥੇ ਸੇਵਾ ਕਰ, ਜੋੜਿਆਂ ਦੀ ਸੇਵਾ ਕਰ, ਝਾੜੂ ਦੀ ਸੇਵਾ ਕਰ, ਨਾਲ ਕੁਝ ਹੋਰ ਬੈਨ ਲਗਾਏ ਕਿ ਕਿਸੇ ਦੇ ਘਰ ਨਹੀਂ ਜਾਣਾ, ਉੱਥੇ ਗੁਰਦੁਆਰੇ ਦੀ ਹੀ ਸਿਰਫ ਇੱਕ ਪ੍ਰਸ਼ਾਦਾ ਆਧਾਰ ਲਈ ਛਕਣਾ ਹੈ। ਇੱਥੇ ਦਾਸ ਇੱਕ ਗੱਲ ਹੋਰ ਖੋਲ੍ਹ ਦੇਵੇ ਕਿ ਸਤਿਪੁਰਸ਼ ਆਪਣੇ ਆਪਣੇ ਢੰਗ ਮੁਤਾਬਕ ਦਵਾਈ ਦਿੰਦੇ ਹਨ, ਜੁਗਤੀ ਦਿੰਦੇ ਹਨ। 13 ਦਿਨ ਇਸ ਤਰ੍ਹਾਂ ਮਹਾਂਪੁਰਸ਼ਾਂ ਦੀ ਦੱਸੀ ਜੁਗਤੀ ਮੁਤਾਬਕ ਉਸਨੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀ। ਜਦੋਂ 14ਵੇਂ ਦਿਨ ਦੁਬਾਰਾ ਡਾਕਟਰ ਕੋਲ ਜਾ ਕੇ ਚੈੱਕ ਕਰਵਾਇਆ ਗਿਆ, ਦੁਬਾਰਾ ਐਕਸਰੇ ਕਰਵਾ ਕੇ ਵੇਖਿਆ ਗਿਆ ਤਾਂ ਡਾਕਟਰ ਦੇਖ ਕੇ ਹੈਰਾਨ ਹੋ ਗਏ। ਉਸ ਨਵੇਂ ਐਕਸਰੇ ਵਿੱਚ ਛਾਤੀ ਉੱਤੇ ਇੱਕ ਵੀ ਦਾਗ ਟੀਵੀ ਦਾ ਨਹੀਂ ਸੀ। ਕਈ ਸਰੀਰ ਕਹਿ ਦਿੰਦੇ ਹਨ ਕਿ ਸੁਖਮਨੀ ਸਾਹਿਬ ਦਾ ਆਸਰਾ ਲੈਣਾ ਹੈ, ਫਿਰ ਦਵਾਈ ਦੀ ਕੀ ਲੋੜ ਹੈ। ਕੋਈ ਸਰੀਰ ਨੂੰ ਰੋਗ ਹੈ, ਦਵਾਈ ਵੀ ਖਾਣੀ ਹੈ, ਪਰ ਆਸਰਾ ਦਵਾਈ ਦਾ ਨਹੀਂ, ਬਾਣੀ ਦਾ ਤੱਕਣਾ ਹੈ। ਕਿਉਂਕਿ ਜੇ ਦਵਾਈ ਨਹੀਂ ਖਾਵਾਂਗੇ ਫਿਰ ਸੰਸਾਰਿਕ ਮਰਿਆਦਾ ਗਲਤ ਹੋ ਜਾਵੇਗੀ। ਸਾਡਾ ਭਰੋਸਾ ਇੱਥੇ ਇਹ ਟਿਕਿਆ ਹੋਵੇ ਕਿ ਦਵਾਈ ਅਸਰ ਤਾਂ ਹੀ ਕਰੇਗੀ ਜੇ ਸੁਖਮਨੀ ਸਾਹਿਬ ਦੀ ਬਾਣੀ ਦੀ ਤਾਕਤ ਵੀ ਸ਼ਾਮਲ ਹੋਵੇਗੀ। ਨਹੀਂ ਤਾਂ ਤੁਸੀਂ ਕਈ ਵਾਰੀ ਨੋਟ ਕਰ ਲਵੋ, ਉਹ ਦਵਾਈ ਕਿਸੇ ਸਰੀਰ 'ਤੇ ਆਪਣਾ ਅਸਰ ਕਰਦੀ ਹੈ, ਉਹ ਰਾਜੀ ਹੋ ਜਾਂਦਾ ਹੈ, ਪਰ ਕਿਸੇ ਨੂੰ ਉਸੇ ਦਵਾਈ ਨਾਲ ਕੋਈ ਫਰਕ ਨਹੀਂ ਪੈਂਦਾ। ਗੱਲ ਤਾਂ ਸਾਰੀ ਵਿਸ਼ਵਾਸ ਦੀ ਹੈ। ਅੰਮ੍ਰਿਤਸਰ ਦਾ ਕੋਈ ਗੁਰਮੁਖ ਪਿਆਰਾ ਜਿਸ ਦੇ ਪੁੱਤਰ ਦੇ ਸਿਰ ਵਿੱਚ ਫੋੜੇ ਹੋ ਗਏ, ਡਾਕਟਰ ਕੋਲ ਗਏ ਤਾਂ ਡਾਕਟਰ ਕਹਿਣ ਲੱਗਾ, ਇਸ ਦਾ ਸਾਰਾ ਸਿਰ ਗਲਿਆ ਪਿਆ ਹੈ, ਇਸ ਦੇ ਪਹਿਲਾਂ ਕੇਸ ਕਟਵਾ ਕੇ ਲੈ ਕੇ ਆਓ। ਮੈਂ ਇਸ ਤਰ੍ਹਾਂ ਇਲਾਜ ਨਹੀਂ ਕਰ ਸਕਦਾ। ਉਹ ਗੁਰਮੁਖ ਪਿਆਰਾ ਕਹਿਣ ਲੱਗਾ, ਅਸੀਂ ਸਿੱਖ ਹਾਂ, ਕੇਸ ਨਹੀਂ ਕਟਵਾ ਸਕਦੇ, ਤੁਸੀਂ ਇਸ ਤਰ੍ਹਾਂ ਹੀ ਦਵਾਈ ਲਗਾ ਦੇਵੋ, ਗੁਰੂ ਸਾਹਿਬ ਆਪ ਹੀ ਕਿਰਪਾ ਕਰਨਗੇ। ਪਰ ਉਹ ਡਾਕਟਰ ਨਾ ਮੰਨਿਆ। ਉਹ ਗੁਰਮੁਖ ਪਿਆਰਾ ਆਪਣੇ ਪੁੱਤਰ ਦੀ ਉਂਗਲ ਫੜ ਕੇ ਉਸ ਨੂੰ ਹਰਿਮੰਦਰ ਸਾਹਿਬ ਦੁੱਖ ਭੰਜਨੀ ਬੇਰੀ ਦੇ ਅਸਥਾਨ 'ਤੇ ਲੈ ਗਿਆ। ਤੁਸੀਂ ਜਾਣਦੇ ਹੀ ਹੋ ਕਿ ਸਿਰ ਗਲਿਆ ਹੋਵੇ ਤਾਂ ਪਾਣੀ ਪਾਉਣ ਨਾਲ ਜ਼ਖਮ ਹੋਰ ਖਰਾਬ ਹੋ ਜਾਂਦੇ ਹਨ। ਉਸ ਗੁਰਮੁਖ ਪਿਆਰੇ ਦੀ ਸ਼ਰਧਾ, ਭਰੋਸਾ, ਵਿਸ਼ਵਾਸ, ਉਸਨੇ ਕੇਸਾਂ ਸਮੇਤ ਆਪਣੇ ਪੁੱਤਰ ਨੂੰ ਦੁੱਖ ਭੰਜਨੀ ਬੇਰੀ ਦੇ ਸਰੋਵਰ ਵਿੱਚ ਇਸ਼ਨਾਨ ਕਰਵਾ ਦਿੱਤਾ ਤੇ ਉੱਥੇ ਹੀ ਕੰਧ ਨਾਲ ਲੱਗ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ। ਅੰਦਰ ਜਾ ਕੇ ਦੇਗ ਕਰਾਈ ਤੇ ਅਰਦਾਸ ਕੀਤੀ ਕਿ ਸਤਿਗੁਰੂ ਕਿਰਪਾ ਕਰੋ। ਰੋਜ਼ ਹੀ ਉਹਨਾਂ ਨੇ ਇਸ ਤਰ੍ਹਾਂ ਕਰਨਾ, ਆਪਣੇ ਪੁੱਤਰ ਨੂੰ ਦੁੱਖ ਭੰਜਨੀ ਬੇਰੀ ਦੇ ਅਸਥਾਨ ਤੇ ਸਰੋਵਰ ਵਿੱਚ ਕੇਸਾਂ ਸਣੇ ਇਸ਼ਨਾਨ ਕਰਵਾਉਣਾ, ਸੁਖਮਨੀ ਸਾਹਿਬ ਦਾ ਖੜੇ ਹੋ ਕੇ ਪਾਠ ਕਰਨਾ ਤੇ ਦੇਗ ਕਰਾ ਕੇ ਅਰਦਾਸ ਕਰਨੀ। 7ਵੇਂ ਦਿਨ ਹੀ ਕਿਰਪਾ ਹੋ ਗਈ, ਸਿਰ ਖੁਸ਼ਕ ਹੋਣਾ ਸ਼ੁਰੂ ਹੋ ਗਿਆ ਤੇ 13ਵੇਂ ਦਿਨ ਬਿਲਕੁਲ ਖੋਪੜੀ, ਇੱਕ ਫੋੜਾ ਵੀ ਨਹੀਂ ਸਿਰ ਵਿੱਚ ਰਿਹਾ। ਇਹ ਤੇ ਮੌਜੂਦਾ ਸਮੇਂ ਦੀਆਂ ਗੱਲਾਂ ਨੇ। ਕਿੰਨੀ ਵੱਡੀ ਇਤਿਹਾਸਕ ਸਾਖੀ ਵੀ ਇਸ ਗੱਲ ਨਾਲ ਜੁੜੀ ਹੈ ਕਿ ਸੁਖਮਨੀ ਸਾਹਿਬ ਦੀ ਬਾਣੀ ਤਨ ਦੇ ਰੋਗ ਰਾਜੀ ਕਰਦੀ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਇਹ ਬਾਣੀ ਉਚਾਰਨ ਕਰਕੇ ਇਹ ਅਨਮੋਲ ਖਜ਼ਾਨਾ ਦੁਨੀਆ ਦੀ ਝੋਲੀ ਵਿੱਚ ਪਾਇਆ ਤਾਂ ਸੰਗਤਾਂ ਨੂੰ ਇਸ ਬਾਣੀ ਨੂੰ ਰੋਜ਼ ਨੇਮ ਨਾਲ ਪੜ੍ਹਨ ਦਾ ਵੀ ਉਪਦੇਸ਼ ਕੀਤਾ, ਜਿਸ ਦੇ ਸਦਕਾ ਬਹੁਤ ਸਾਰੇ ਸਿੱਖਾਂ ਨੇ ਇਸ ਬਾਣੀ ਨੂੰ ਕੰਠ ਕਰ ਲਿਆ। ਜਦੋਂ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਸਨ, ਉਦੋਂ ਮੁਸਲਮਾਨ ਬਾਦਸ਼ਾਹ ਜਹਾਂਗੀਰ ਦਾ ਰਾਜ ਸੀ ਤੇ ਜਹਾਂਗੀਰ ਦਾ ਇੱਕ ਖਾਸ ਅਹਿਲਕਾਰ ਸੀ ਜਿਸ ਦਾ ਨਾਮ ਸੀ ਵਜ਼ੀਰ ਖਾਂ। ਕਰਮਾਂ ਦੀ ਗਤੀ ਉਸ ਨੂੰ ਜਲੋਦਰ ਦਾ ਰੋਗ ਹੋ ਗਿਆ। ਪੇਟ ਵਿੱਚ ਪਾਣੀ ਭਰ ਜਾਣਾ, ਅਫਾਰਾ ਹੋ ਜਾਣਾ, ਦਰਦ ਨਾਲ ਤਕਲੀਫ ਵਧਣੀ, ਕੁਛ ਨਾ ਖਾ ਸਕਣਾ, ਨਾ ਪੀ ਸਕਣਾ, ਹਰ ਵਕਤ ਹਾਏ ਹਾਏ ਕਰਦੇ ਰਹਿਣਾ। ਬਾਦਸ਼ਾਹ ਦਾ ਇਤਬਾਰੀ ਅਹਿਲਕਾਰ ਸੀ, ਪੈਸੇ ਦੀ ਕੋਈ ਕਮੀ ਨਹੀਂ ਸੀ। ਬਹੁਤ ਇਲਾਜ ਕਰਵਾਇਆ, ਪਰ ਇਲਾਜ ਕਰਵਾਉਣ ਦੇ ਬਾਅਦ ਵੀ ਕੋਈ ਫਰਕ ਨਾ ਪਿਆ, ਸਗੋਂ ਰੋਗ ਹੋਰ ਵੱਧਦਾ ਗਿਆ।
ਹੁਣ ਵਜ਼ੀਰ ਖਾਂ ਹਵੇਲੀ ਤੋਂ ਬਾਹਰ ਵਾਲੇ ਕਮਰੇ ਵਿੱਚ ਇਕੱਲਾ ਪਿਆ ਸਾਰਾ ਸਮਾਂ ਦਰਦ ਨਾਲ ਤੜਪਦਾ ਰਹਿੰਦਾ ਤੇ ਪਰਮੇਸ਼ਰ ਅੱਗੇ ਅਰਦਾਸ ਕਰਦਾ ਕਿ ਤੂੰ ਹੀ ਕਿਰਪਾ ਕਰ, ਕੋਈ ਬਿੱਧ ਬਣਾ ਦੇ। ਪਰਮੇਸ਼ਰ ਵੱਲੋਂ ਬਿੱਧ ਬਣ ਗਈ। ਇੱਕ ਸਿੱਖ ਭਾਈ ਭਾਗੂ ਰੋਜ਼ ਵਜ਼ੀਰ ਖਾਂ ਦੀ ਹਵੇਲੀ ਅੱਗੋਂ ਸੁਖਮਨੀ ਸਾਹਿਬ ਦਾ ਪਾਠ ਉੱਚੀ ਬੋਲ ਕੇ ਕਰਦਾ ਲੰਘਦਾ ਸੀ। ਵਜ਼ੀਰ ਖਾਂ ਨੇ ਇੱਕ ਦਿਨ ਨੋਟ ਕੀਤਾ ਕਿ ਕੋਈ ਸਿੱਖ ਕੁਝ ਬੋਲਦਿਆਂ ਲੰਘਦਾ ਹੈ ਤੇ ਜਿੰਨੀ ਦੇਰ ਤੱਕ ਉਸ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈਂਦੀ ਰਹਿੰਦੀ ਹੈ, ਮੈਨੂੰ ਪੀੜਾ ਤੋਂ ਆਰਾਮ ਮਹਿਸੂਸ ਹੁੰਦਾ ਹੈ। ਜਦੋਂ ਵਜ਼ੀਰ ਖਾਂ ਨੇ 3-4 ਦਿਨ ਲਗਾਤਾਰ ਐਸਾ ਹੀ ਮਹਿਸੂਸ ਕੀਤਾ ਕਿ ਕੋਈ ਸਿੱਖ ਰੋਜ਼ ਸਵੇਰੇ ਕੋਈ ਕਲਾਮਾਂ ਜਿਹੀਆਂ ਪੜ੍ਹਦਾ ਲੰਘਦਾ ਹੈ, ਤਾਂ ਉਸ ਵਕਤ ਮੈਨੂੰ ਦਰਦ ਨਹੀਂ ਹੁੰਦੀ। ਬੜਾ ਹੈਰਾਨ ਹੋਇਆ। ਇੱਕ ਦਿਨ ਹਿੰਮਤ ਕਰਕੇ ਉਸ ਸਿੱਖ ਨੂੰ ਆਵਾਜ਼ ਮਾਰ ਕੇ ਅੰਦਰ ਬੁਲਾ ਲਿਆ ਤੇ ਪੁੱਛਿਆ, ਹੇ ਖੁਦਾ ਦੇ ਨੇਕ ਬੰਦੇ, ਆ ਤੂੰ ਕੀ ਪੜ੍ਹਦਾ ਹੈ ਜਿਸ ਨੂੰ ਸੁਣਨ ਨਾਲ ਮੇਰੀ ਤਕਲੀਫ ਦੂਰ ਹੋ ਜਾਂਦੀ ਹੈ? ਇਹ ਆਵਾਜ਼ ਜਦੋਂ ਮੇਰੇ ਕੰਨਾਂ ਵਿੱਚ ਪੈਂਦੀ ਹੈ ਤਾਂ ਮੈਨੂੰ ਬਹੁਤ ਰਾਹਤ ਮਿਲਦੀ ਹੈ, ਪਰ ਜਦੋਂ ਇਹ ਆਵਾਜ਼ ਆਉਣੀ ਬੰਦ ਹੋ ਜਾਂਦੀ ਹੈ ਤਾਂ ਫਿਰ ਪੀੜਾ ਸ਼ੁਰੂ ਹੋ ਜਾਂਦੀ ਹੈ। ਸਿੱਖਾ, ਇਹ ਤੂੰ ਕਿਹੜੀਆਂ ਕਲਾਮਾਂ ਪੜ੍ਹਦਾ ਹੈ? ਭਾਈ ਭਾਗੂ ਕਹਿਣ ਲੱਗੇ, ਇਹ ਤਾਂ 5ਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਸ਼੍ਰੀ ਸੁਖਮਨੀ ਸਾਹਿਬ ਹੈ। ਵਜ਼ੀਰ ਖਾਂ ਕਹਿਣ ਲੱਗਾ, ਸਿੱਖਾ ਮੇਰੇ ਤੇ ਤਰਸ ਕਰ, ਮੇਰੀ ਬੇਨਤੀ ਹੈ ਕਿ ਇਹ ਸੁਖਮਨੀ ਸਾਹਿਬ ਦਾ ਇੱਕ ਪਾਠ ਰੋਜ਼ ਮੈਨੂੰ ਮੇਰੇ ਘਰ ਆ ਕੇ ਸੁਣਾ ਦਿਆ ਕਰ, ਕਿਉਂਕਿ ਇਸ ਨੂੰ ਸੁਣਨ ਨਾਲ ਮੇਰੀ ਤਕਲੀਫ ਨੂੰ ਆਰਾਮ ਮਿਲਦਾ ਹੈ। ਅਰਦਾਸ ਵਿੱਚ ਵੀ ਇਹ ਪੰਕਤੀਆਂ ਦਰਜ ਹਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਨੇ ਰੰਗ ਭਰਿਆ ਹੈ ਆਪਣੇ ਸਿੱਖਾਂ ਵਿੱਚ ਸਰਬੱਤ ਦੇ ਭਲੇ ਦਾ। ਕੋਈ ਛੋਟੀ ਗੱਲ ਨਹੀਂ, ਕਮਾਈ ਵੀ ਦੇਣੀ ਪੈਂਦੀ ਹੈ। ਦਾਸ ਨੇ ਪੁੱਚੋ ਮੰਡੀ ਵਾਲੇ ਮਹਾਂਪੁਰਸ਼ਾਂ ਦਾ ਬਚਨ ਪੜ੍ਹਿਆ ਸੀ ਕਿ ਜਿਹੜਾ ਸਾਧੂ ਸੰਤ ਮਹਾਤਮਾ ਲੋਕਾਂ ਘਰ ਰੋਟੀਆਂ ਹੀ ਖਾਂਦਾ ਰਹਿੰਦਾ ਹੈ, ਉਹ ਕੁਝ ਮਹੀਨਿਆਂ ਵਿੱਚ ਆਪਣਾ ਸਾਰਾ ਕੁਝ ਖਾਲੀ ਕਰਵਾ ਕੇ ਬੈਠ ਜਾਂਦਾ ਹੈ। ਅੱਜ ਉੱਥੇ ਪ੍ਰਸ਼ਾਦਾ, ਕੱਲ੍ਹ ਉੱਥੇ ਪ੍ਰਸ਼ਾਦਾ। ਬਾਬਾ ਹਰਨਾਮ ਸਿੰਘ ਜੀ ਪੁੱਚੋ ਮੰਡੀ ਵਾਲਿਆਂ ਦਾ। ਦਾਸ ਨੇ ਬਚਨ ਪੜ੍ਹਿਆ ਕਿ ਜਿਹੜਾ ਰੰਗਿਆ ਹੋਇਆ ਗੁਰੂ ਦਾ ਸਿੱਖ ਕਿਸੇ ਘਰ ਪ੍ਰਸ਼ਾਦਾ ਛਕੇ, 5 ਪਾਠ ਜਪਜੀ ਸਾਹਿਬ ਜੀ ਦੇ ਉਸ ਪਰਿਵਾਰ ਦੇ ਨਾਂ 'ਤੇ ਘਰ ਆ ਕੇ ਕਰੇ। ਜੇਕਰ ਕਿਸੇ ਪਰਿਵਾਰ ਦਾ ਕੱਪੜਾ ਗ੍ਰਹਿਣ ਕਰੇ ਤਾਂ 5 ਪਾਠ ਜਪਜੀ ਸਾਹਿਬ ਜੀ ਦੇ ਉਸੇ ਦੇ ਨਾਮ 'ਤੇ ਕਰੇ। ਜੇਕਰ ਕਿਸੇ ਦਾ ਧਨ ਗ੍ਰਹਿਣ ਕਰੇ ਤਾਂ 101 ਪਾਠ ਜਪਜੀ ਸਾਹਿਬ ਜੀ ਦੇ ਉਸੇ ਦੇ ਨਾਂ 'ਤੇ ਕਰੇ, ਨਹੀਂ ਤਾਂ ਫਿਰ ਕਮਾਈ ਜਾਂਦੀ ਹੈ। ਸਰੀਰ ਤਾਂ ਦੁੱਖਾਂ ਨਾਲ ਭਰਿਆ ਪਿਆ ਹੈ। ਪਰ ਉਪਕਾਰੀ ਸਿੱਖ ਭਾਈ ਭਾਗੂ ਨੇ ਵਜ਼ੀਰ ਖਾਂ ਦੀ ਬੇਨਤੀ ਮੰਨ ਲਈ ਤੇ ਰੋਜ਼ ਸਵੇਰੇ ਗੁਰਦੁਆਰੇ ਤੋਂ ਦਰਸ਼ਨ ਕਰਕੇ ਵਾਪਸੀ 'ਤੇ ਆਉਂਦੇ ਵਜ਼ੀਰ ਖਾਂ ਨੂੰ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਸੁਣਾਉਣਾ ਸ਼ੁਰੂ ਕਰ ਦਿੱਤਾ। ਰੋਜ਼ ਨੇਮ ਨਾਲ ਪਾਠ ਸੁਣਨ ਦਾ ਸਦਕਾ ਵਜ਼ੀਰ ਖਾਂ ਨੂੰ ਆਰਾਮ ਆਉਣਾ ਸ਼ੁਰੂ ਹੋ ਗਿਆ। 80% ਰੋਗ ਰਾਜੀ ਹੋ ਗਿਆ। ਵਜ਼ੀਰ ਖਾਂ ਦਾ ਸ਼ਰਧਾ ਦਾ ਬੜਾ ਥੜਾ ਭਰ ਗਿਆ। ਜਿਹੜਾ ਦੁਖੀ ਹੁੰਦਾ ਹੈ, ਜਦੋਂ ਉਸ ਨੂੰ ਆਰਾਮ ਮਿਲੇ ਤਾਂ ਇਹ ਉਹੀ ਦੱਸ ਸਕਦਾ ਹੈ। ਵਜ਼ੀਰ ਖਾਂ ਨੇ ਆਪਣੇ ਹਿਰਦੇ ਦੀ ਤਹਿ ਤੋਂ ਉਸ ਸਿੱਖ ਦਾ ਸ਼ੁਕਰਾਨਾ ਕੀਤਾ ਤੇ ਬੇਨਤੀ ਕੀਤੀ ਕਿ ਕਿਰਪਾ ਕਰ, ਜਿਨ੍ਹਾਂ ਨੇ ਬਾਣੀ ਉਚਾਰੀ ਹੈ, ਮੈਨੂੰ ਉਹਨਾਂ ਦੇ ਦਰਸ਼ਨ ਵੀ ਕਰਵਾ ਦੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਨ੍ਹਾਂ ਦੀ ਬਾਣੀ ਸੁਣ ਕੇ ਮੈਨੂੰ ਇੰਨਾ ਆਰਾਮ ਮਿਲਿਆ ਹੈ, ਉਹਨਾਂ ਦੇ ਦਰਸ਼ਨ ਕਰਨ ਨਾਲ ਜ਼ਰੂਰ ਮੇਰਾ ਰੋਗ ਪੂਰੀ ਤਰ੍ਹਾਂ ਰਾਜੀ ਹੋ ਜਾਵੇਗਾ। ਸਿੱਖ ਕਹਿਣ ਲੱਗਾ ਕਿ ਤੇਰੀ ਭਾਵਨਾ ਨੂੰ ਜ਼ਰੂਰ ਭਾਗ ਲੱਗਣਗੇ। ਉਹ ਸਿੱਖ ਵਜ਼ੀਰ ਖਾਂ ਨੂੰ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਲਈ ਲੈ ਆਇਆ। ਜਦੋਂ ਦਰਸ਼ਨ ਕੀਤੇ ਤਾਂ ਵਜ਼ੀਰ ਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ, ਤੁਹਾਡੀ ਕਲਾਮ ਵਿੱਚ ਇੰਨੀ ਤਾਕਤ ਹੈ ਕਿ ਆਪ ਜੀ ਦੀਆਂ ਕਲਾਮਾਂ ਸੁਣ ਕੇ ਮੈਨੂੰ ਬਹੁਤ ਰਾਹਤ ਮਿਲੀ ਹੈ। ਮੇਰਾ 80% ਜਲੋਧਰ ਦਾ ਰੋਗ ਰਾਜੀ ਹੋ ਗਿਆ ਹੈ। ਆਪ ਜੀ ਕਿਰਪਾ ਕਰੋ ਤਾਂ ਕਿ ਮੇਰਾ ਰੋਗ ਪੂਰੀ ਤਰ੍ਹਾਂ ਨਿਵਰਤ ਹੋ ਜਾਵੇ। ਸਤਿਗੁਰ ਸੱਚੇ ਪਾਤਸ਼ਾਹ ਦੀ ਮੌਜ ਬਾਬਾ ਬੁੱਢਾ ਜੀ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ, ਉਹ ਬਾਬਾ ਬੁੱਢਾ ਜੀ ਸੇਵਾ ਕਰਦੇ ਪਏ ਹਨ, ਉਹਨਾਂ ਨੂੰ ਜਾ ਕੇ ਬੇਨਤੀ ਕਰ। ਬਾਬਾ ਬੁੱਢਾ ਜੀ ਉਸ ਸਮੇਂ ਟੋਕਰੀਆਂ ਚੁਕਵਾ ਰਹੇ ਸਨ। ਇਸ ਨੇ ਬਾਬਾ ਬੁੱਢਾ ਜੀ ਨੂੰ ਜਾ ਕੇ ਬੇਨਤੀ ਕੀਤੀ। ਬਾਬਾ ਜੀ ਵੀ ਮੌਜ ਵਿੱਚ ਆ ਗਏ ਤੇ ਉਸ ਦਾ ਸਿਦਕ ਪਰਖਣਾ ਚਾਹਿਆ। ਬਾਬਾ ਜੀ ਨੇ ਪਰਚਾ ਪਾ ਦਿੱਤਾ ਤੇ ਕਹਿਣ ਲੱਗੇ ਕਿ ਅਸੀਂ ਇੱਥੇ ਰੋਗ ਰਾਜੀ ਕਰ ਰਹੇ ਹਾਂ, ਅਸੀਂ ਤਾਂ ਟੋਕਰੀਆਂ ਚੁਕਾ ਰਹੇ ਹਾਂ, ਚੱਲ ਪਾਸੇ ਹਟ, ਸਾਨੂੰ ਸੇਵਾ ਕਰਨ ਦੇ।
ਸਾਡੀ ਸੇਵਾ ਵਿੱਚ ਵਿਘਨ ਨਾ ਪਾ। ਐਸੇ ਸਖਤੀ ਤੇ ਬੋਲ ਇਹ ਪਰਖਣ ਲਈ ਬੋਲੇ ਕਿ ਜੇਕਰ ਤਾਂ ਸਿਦਕ ਹੋਵੇਗਾ, ਵਿਸ਼ਵਾਸ ਹੋਵੇਗਾ, ਅੰਦਰੋਂ ਆਇਆ ਹੋਵੇਗਾ ਤਾਂ ਸਹਾਰ ਜਾਵੇਗਾ, ਨਹੀਂ ਤਾਂ ਭੱਜ ਜਾਵੇਗਾ। ਇਸ ਮਾਨ ਨਾਲ ਕਿ ਮੈਂ ਜਹਾਂਗੀਰ ਬਾਦਸ਼ਾਹ ਦਾ ਇਤਬਾਰੀ ਅਹਿਲਕਾਰ ਤੇ ਮੈਨੂੰ ਕਿਵੇਂ ਬੋਲੇ ਹਨ। ਵਜ਼ੀਰ ਖਾਂ ਨੇ ਇੰਨੇ ਦਿਨ ਨਿਮਰਤਾ ਵਾਲੇ ਸਿੱਖ ਦੀ ਸੰਗਤ ਕੀਤੀ ਸੀ, ਇੰਨੇ ਦਿਨ ਬਾਣੀ ਸ਼ਰਵਣ ਕੀਤੀ ਸੀ। ਉਸ ਦਾ ਅਸਰ ਸੀ ਕਿ ਬਾਬਾ ਬੁੱਢਾ ਜੀ ਦੇ ਬਚਨਾਂ ਦਾ ਕੋਈ ਗੁੱਸਾ ਨਾ ਕੀਤਾ, ਮਨ ਵਿੱਚ ਕਿਸੇ ਕਿਸਮ ਦੀ ਵੀ ਤਰੇੜ ਨਾ ਲਿਆਂਦੀ, ਸਗੋਂ ਹੱਥ ਜੋੜ ਕੇ ਨਿਮਰਤਾ ਸਹਿਤ ਇੱਕ ਪਾਸੇ ਹੋ ਕੇ ਖੜਾ ਹੋ ਗਿਆ ਕਿ ਮੈਨੂੰ ਪਾਸੇ ਖੜੇ ਹੋਣ ਦਾ ਹੁਕਮ ਕੀਤਾ ਹੈ, ਮੈਂ ਹੁਕਮ ਮੰਨਣਾ ਹੈ ਪਾਸੇ ਖੜੇ ਹੋਣ ਦਾ। 10 ਮਿੰਟ, 15 ਮਿੰਟ, 20 ਮਿੰਟ, 25 ਮਿੰਟ ਬੀਤ ਗਏ। ਬਾਬਾ ਬੁੱਢਾ ਜੀ ਨੇ ਵੇਖਿਆ ਕਿ ਅਜੇ ਵੀ ਉੱਥੇ ਹੀ ਖੜਾ ਹੈ। ਬਾਬਾ ਬੁੱਢਾ ਜੀ ਨੇ ਜਦੋਂ ਵੇਖਿਆ 20-25 ਮਿੰਟ ਬਾਅਦ ਵੀ ਉਸੇ ਤਰ੍ਹਾਂ ਹੀ ਨਿਮਰਤਾ ਨਾਲ ਖੜਾ ਹੈ ਤਾਂ ਸਮਝ ਗਏ ਕਿ ਅੰਦਰੋਂ ਆਇਆ ਹੈ। ਆਪਣੇ ਤੇ ਵਡਿਆਈ ਨਹੀਂ ਲਈ ਤੇ ਸੇਵਾ ਕਰਦਿਆਂ ਕਰਦਿਆਂ ਸੇਵਾ ਦੀ ਟੋਕਰੀ ਇਸ ਦੇ ਪੇਟ ਤੇ ਕੱਢ ਕੇ ਮਾਰੀ, ਜਿਸ ਨਾਲ ਸਾਰਾ ਪਾਣੀ ਇਸ ਦੇ ਮੂੰਹ ਰਾਹੀਂ ਬਾਹਰ ਨਿਕਲ ਗਿਆ। ਵਜ਼ੀਰ ਖਾਂ ਨਵਾਂ ਨਿਰੋਆ ਹੋ ਗਿਆ। ਬਾਬਾ ਬੁੱਢਾ ਜੀ ਕਹਿਣ ਲੱਗੇ, ਵਜ਼ੀਰ ਖਾਂ, ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਪ੍ਰੇਮ ਨਾਲ ਸੁਣਨ ਦਾ ਸਦਕਾ ਤੇ ਪੰਜਵੇਂ ਪਾਤਸ਼ਾਹ ਦੇ ਭਾਵਨਾ ਨਾਲ ਦਰਸ਼ਨ ਕਰਨ ਦਾ ਸਦਕਾ ਤੇਰੇ ਸਰੀਰ ਨੂੰ ਰੋਗਾਂ ਤੋਂ ਛੁਟਕਾਰਾ ਮਿਲ ਗਿਆ ਹੈ। ਵਜ਼ੀਰ ਖਾਂ ਦੀ ਇਸ ਇਤਿਹਾਸਕ ਸਾਖੀ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਬਾਣੀ ਸੁਣਨ ਨਾਲ ਤਨ ਦੇ ਰੋਗ ਵੀ ਕੱਟੇ ਜਾਂਦੇ ਹਨ। 2-3 ਸਾਲ ਦੀ ਗੱਲ ਹੈ। ਅੰਮ੍ਰਿਤਸਰ ਦੇ ਕੋਈ 5-6 ਸਰੀਰ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਗਏ। ਇੱਥੋਂ ਚੱਲੀਏ ਤਾਂ ਪਹਿਲਾਂ ਰਿਸ਼ੀਕੇਸ਼ ਥੋੜ੍ਹਾ ਜਿਹਾ ਠਹਿਰਾਅ ਹੈ। ਉਹ ਜਦੋਂ ਇੱਥੇ ਰਿਸ਼ੀਕੇਸ਼ ਹੀ ਪਹੁੰਚੇ ਸਨ ਕਿ ਉਹਨਾਂ ਵਿੱਚੋਂ ਇੱਕ ਸਰੀਰ ਨੂੰ ਪੱਥਰੀ ਦਾ ਦਰਦ ਸ਼ੁਰੂ ਹੋ ਗਿਆ। ਉਹਨਾਂ ਦਵਾਈ ਦਿੱਤੀ, ਟੀਕੇ ਲਵਾਏ ਤੇ ਥੋੜ੍ਹੀ ਦੇਰ ਆਰਾਮ ਕਰਕੇ ਅਗਾਂਹ ਤੁਰ ਪਏ, ਪਰ ਉਹ ਸਰੀਰ ਸਾਰਾ ਰਸਤਾ ਉਲਟੀਆਂ ਕਰਦਾ ਰਿਹਾ। ਜਿਵੇਂ ਕਿਵੇਂ ਗੋਬਿੰਦ ਘਾਟ ਪਹੁੰਚੇ, ਉੱਥੇ ਫਿਰ ਦਵਾਈਆਂ ਦਿੱਤੀਆਂ, ਪਰ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਸਾਰਾ ਰਸਤਾ ਉਸ ਦੀ ਬਹੁਤ ਹੀ ਤਬੀਅਤ ਖਰਾਬ, ਦਰਦ ਨਾਲ ਬੁਰਾ ਹਾਲ, ਉਲਟੀਆਂ ਵੀ। ਬਾਕੀ ਦੇ ਸਾਥੀ ਵੀ ਉਸ ਦੇ ਕਾਰਨ ਪਰੇਸ਼ਾਨ ਹੋ ਰਹੇ ਸਨ। ਇੱਕ ਸਰੀਰ ਦੇ ਢਿੱਲੇ ਹੋਣ ਕਾਰਨ ਸਾਰਿਆਂ ਦੀ ਯਾਤਰਾ ਦੇ ਆਨੰਦ ਵਿੱਚ ਖਲਲ ਪੈ ਰਿਹਾ ਸੀ। ਜਦੋਂ ਗੋਬਿੰਦ ਧਾਮ ਪਹੁੰਚੇ, ਅਚਾਨਕ ਇੱਕ ਸਰੀਰ ਦੇ ਦਿਮਾਗ ਵਿੱਚ ਆਇਆ ਕਿ ਸੁਣਦੇ ਹਾਂ ਸੁਖਮਨੀ ਸਾਹਿਬ ਦੀ ਬਾਣੀ ਦੁੱਖਾਂ ਦਾ ਨਾਸ਼ ਕਰਦੀ ਹੈ। ਸੁਖਮਨੀ ਸਾਹਿਬ ਦੀ ਬਾਣੀ ਨਾਲ ਤਨ ਦੇ ਦੁੱਖ ਵੀ ਦੂਰ ਹੁੰਦੇ ਹਨ। ਅੱਜ ਕਿਉਂ ਨਾ ਸੁਖਮਨੀ ਸਾਹਿਬ ਦਾ ਸਹਾਰਾ ਲਈਏ। ਸਫ਼ਰ ਵਿੱਚ ਹਾਂ, ਹੋਰ ਕੋਈ ਚਾਰਾ ਵੀ ਨਹੀਂ। ਇੰਨੀ ਦੂਰ ਪਹੁੰਚ ਕੇ ਬਗੈਰ ਦਰਸ਼ਨ ਕੀਤੇ ਵਾਪਸ ਜਾਣ ਲਈ ਵੀ ਮਨ ਨਹੀਂ ਕਰਦਾ। ਉਸ ਨੇ ਜਿਸ ਦੇ ਦਿਮਾਗ ਵਿੱਚ ਇਹ ਵਿਚਾਰ ਆਈ, ਜਦੋਂ ਬਾਕੀ ਸਾਰਿਆਂ ਨੂੰ ਦੱਸੀ ਤਾਂ ਸਾਰੇ ਹੀ ਗੁਰਮੁਖ ਸਨ ਰਾਜੀ ਹੋ ਗਏ। ਜਿਸ ਸਰੀਰ ਨੂੰ ਤਕਲੀਫ ਸੀ ਉਸ ਨੂੰ ਚੌਂਕੜੀ ਮਾਰ ਕੇ ਵਿਚਕਾਰ ਬਿਠਾਇਆ ਤੇ ਬਾਕੀ ਦੇ ਉਸ ਦੇ ਆਸ-ਪਾਸ ਬੈਠ ਗਏ। ਅਰਦਾਸ ਕੀਤੀ ਕਿ ਸਤਿਗੁਰੂ ਕਿਰਪਾ ਕਰੋ, ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਆਪਣੇ ਸੇਵਕਾਂ ਕੋਲੋਂ ਲਵੋ। ਇੱਕ ਸਰੀਰ ਇੱਕ ਪੰਗਤੀ ਉੱਚੀ ਬੋਲਦਾ ਤੇ ਬਾਕੀ ਸਰੀਰ ਦੂਸਰੀ ਪੰਗਤੀ ਬੋਲਦੇ। ਜਦੋਂ ਇਸ ਤਰ੍ਹਾਂ ਉਸ ਨੂੰ ਸੁਖਮਨੀ ਸਾਹਿਬ ਦਾ ਪਾਠ ਸ਼ਰਵਣ ਕਰਵਾਇਆ, ਅਰਦਾਸ ਕੀਤੀ ਤਾਂ ਉਹਨਾਂ ਦੱਸਿਆ ਕਿ ਅੱਜ ਤੱਕ ਸਿਰਫ ਸੁਣਿਆ ਸੀ ਕਿ ਸੁਖਮਨੀ ਸਾਹਿਬ ਦੀ ਬਾਣੀ ਤਨ ਦੇ ਰੋਗ ਰਾਜੀ ਕਰਦੀ ਹੈ, ਪਰ ਉਸ ਦਿਨ ਸੁਖਮਨੀ ਸਾਹਿਬ ਦੀ ਇਹ ਸ਼ਕਤੀ ਵਰਤਦੀ ਵੇਖ ਵੀ ਲਈ। ਕਹਿੰਦੇ ਹੁਣ ਉਹੀ ਸਰੀਰ ਗੋਬਿੰਦ ਧਾਮ ਤੋਂ ਹੇਮਕੁੰਟ ਸਾਹਿਬ ਹੱਸਦਾ ਗਿਆ ਤੇ ਹੱਸਦਾ ਹੀ ਵਾਪਸ ਆਇਆ। ਸਾਰਾ ਰਸਤਾ ਸਿਫਤਾਂ ਕਰਦੇ ਰਹੇ ਕਿ ਗੁਰੂ ਅਰਜਨ ਸਾਹਿਬ ਨੇ ਕੀ ਭਰਿਆ ਹੈ ਇਸ ਬਾਣੀ ਵਿੱਚ, ਕਿਹੜੀ ਤਾਕਤ, ਕਿਹੜੀ ਬਖਸ਼ਿਸ਼ ਭਰੀ ਹੈ। ਸੁਖਮਨੀ ਸਾਹਿਬ ਦਾ ਇੱਕ ਪਾਠ ਪ੍ਰੇਮ ਨਾਲ ਸੁਣਨ ਦਾ ਸਦਕਾ ਉਹਨਾਂ ਦੀ ਯਾਤਰਾ ਗੁਰੂ ਦੇ ਪਿਆਰ ਵਿੱਚ ਨਿਰਵਿਘਨਤਾ ਨਾਲ ਸੰਪੂਰਨ ਹੋ ਗਈ। ਸੁਖਮਨੀ ਸਾਹਿਬ ਜੀ ਦੀ ਬਾਣੀ ਸੁਣਨ ਤੇ ਪੜ੍ਹਨ ਨਾਲ ਕਿੰਨਿਆਂ ਕੁ ਦੇ ਤਨ ਦੇ ਰੋਗ ਰਾਜੀ ਹੋ ਗਏ, ਕਿੰਨਿਆਂ ਦੀਆਂ ਲਾ ਇਲਾਜ ਬਿਮਾਰੀਆਂ ਕੱਟੀਆਂ ਗਈਆਂ। ਜੇ ਇਹ ਲਿਖਣ ਲੱਗੀਏ ਤਾਂ ਕਿਤਾਬਾਂ ਭਰ ਜਾਣ। ਕੋਈ 15-20 ਸਾਲ ਪਹਿਲੇ ਦੀ ਗੱਲ ਹੈ। ਧੰਨ ਧੰਨ ਬਾਬਾ ਦੀਪ ਸਿੰਘ ਕੀਰਤਨੀ ਜਥੇ ਦੇ ਮੁੱਖ ਜਥੇਦਾਰ ਬੀਬੀ ਪਰਮਜੀਤ ਕੌਰ ਦੇ ਕੇਸ ਜੁੜ ਗਏ ਤੇ ਸਾਰੇ ਕੇਸਾਂ ਦਾ ਗੁੰਝਲਦਾਰ ਗੁੱਛਾ ਬਣ ਗਿਆ, ਜਿਸ ਨਾਲ ਸਿਰ ਦੇ ਮਾਸ ਨੂੰ ਖਿੱਚ ਪੈਣ ਲੱਗ ਪਈ। ਕੰਘਾ ਤਾਂ ਦੂਰ, ਦਸਤਾਰ ਸਜਾਉਣ ਵਾਲੀ ਬਰੀਕ ਜਿਹੀ ਸਿਲਾਈ ਵੀ ਉਹਨਾਂ ਕੇਸਾਂ ਵਿੱਚੋਂ ਨਹੀਂ ਸੀ ਲੰਘਦੀ। ਬੜਾ ਇਲਾਜ ਕਰਵਾਇਆ ਪਰ ਕਿਧਰੋਂ ਵੀ ਆਰਾਮ ਨਾ ਆਇਆ। ਸਾਰੇ ਡਾਕਟਰ ਹਕੀਮਾਂ ਦਾ ਇਹੀ ਕਹਿਣਾ ਸੀ ਕਿ ਕੇਸ ਕਤਲ ਕਰਾਉਣੇ ਪੈਣਗੇ, ਪਰ ਉਹ ਗੁਰਮੁਖ ਬੀਬੀ ਦਾ ਇਹ ਦ੍ਰਿੜ ਫੈਸਲਾ ਸੀ ਕਿ ਕੇਸ ਨਹੀਂ ਕਤਲ ਕਰਾਣੇ।
ਫਲੋਰ ਦੇ ਲਾਗੇ ਕੋਈ ਮਹਾਂਪੁਰਸ਼ ਹਨ। ਉਹਨਾਂ ਕੋਲ ਗਏ ਤੇ ਜਾ ਕੇ ਬੇਨਤੀ ਕੀਤੀ। ਮਹਾਂਪੁਰਸ਼ਾਂ ਦੇ ਹੱਥ ਵਿੱਚ ਉਸ ਸਮੇਂ ਫੁੱਲ ਦੀਆਂ ਪੰਖੜੀਆਂ ਫੜੀਆਂ ਹੋਈਆਂ ਸਨ। ਉਹਨਾਂ ਨੇ ਉਹੀ ਦੇ ਕੇ ਆਖਿਆ ਕਿ ਇਹਨਾਂ ਪੰਖੜੀਆਂ ਨੂੰ ਸਰੋਂ ਦੇ ਤੇਲ ਵਿੱਚ ਪਾ ਕੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿਓ। ਉਸ ਤੇਲ ਨੂੰ ਕੇਸਾਂ 'ਤੇ ਲਗਾਉਂਦੇ ਰਹੋ ਤੇ ਨਾਲ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹੋ। ਤੇਲ ਲਗਾ ਕੇ ਜੋ 5 ਕਕਾਰਾਂ ਨਾਲ ਕੰਘਾ ਮਿਲਿਆ ਹੋਇਆ ਹੈ ਉਸ ਨੂੰ ਕੇਸਾਂ ਵਿੱਚ ਤਦ ਤੱਕ ਫੇਰਦੇ ਰਹੋ ਜਦ ਤੱਕ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਨਾ ਪੈ ਜਾਵੇ। ਉਹਨਾਂ ਘਰ ਜਾ ਕੇ ਇਸੇ ਤਰ੍ਹਾਂ ਹੀ ਕੀਤਾ। ਜਿਨ੍ਹਾਂ ਕੇਸਾਂ ਵਿੱਚ ਬਰੀਕ ਜਿਹੀ ਸਲਾਈ ਵੀ ਨਹੀਂ ਲੰਘਦੀ ਸੀ, ਉਹਨਾਂ ਕੇਸਾਂ ਵਿੱਚ ਕਕਾਰਾਂ ਵਾਲਾ ਕੰਘਾ ਫਿਰਨਾ ਸ਼ੁਰੂ ਹੋ ਗਿਆ। ਪਾਠ ਦਾ ਭੋਗ ਪੈਣ ਤੱਕ ਅੱਧੇ ਕੇਸ ਰੇਸ਼ਮ ਵਾਂਗ ਹੋ ਗਏ। ਅਗਲੇ ਦਿਨ ਉਹਨਾਂ ਫਿਰ ਇਸੇ ਤਰ੍ਹਾਂ ਹੀ ਕੀਤਾ। ਪਾਠ ਦਾ ਭੋਗ ਪੈਣ ਤੱਕ ਸਾਰੇ ਹੀ ਕੇਸ ਰੇਸ਼ਮ ਵਾਂਗ ਮੁਲਾਇਮ ਹੋ ਗਏ। ਸੁਖਮਨੀ ਸਾਹਿਬ ਜੀ ਦੀ ਬਾਣੀ ਗੁਰੂ ਘਰ ਵੱਲੋਂ ਬਖਸ਼ੀ ਐਸੀ ਦਾਤ ਹੈ ਕਿ ਜਿਸ ਅੱਗੇ ਡਾਕਟਰਾਂ ਦੇ ਵੀ ਹੱਥ ਖੜੇ ਹੋ ਜਾਂਦੇ ਹਨ। ਸਾਡੀ ਪੜ੍ਹਾਈ, ਸਾਡੇ ਟੈਸਟ ਤਾਂ ਕੁਝ ਬੋਲਦੇ ਹਨ, ਪਰ ਇਸ ਨਾਲ ਇਸ ਤਰ੍ਹਾਂ ਕਿਵੇਂ ਬੀਤ ਗਿਆ। ਦਾਸ ਬੜਾ ਹੈਰਾਨ ਹੁੰਦਾ ਹੈ। ਪਤਾ ਨਹੀਂ ਧੰਨ ਗੁਰੂ ਅਰਜਨ ਦੇਵ ਜੀ ਨੇ ਕਿੰਨਾ ਕੁ ਰੰਗ ਭਰਿਆ ਹੈ ਸੁਖਮਨੀ ਸਾਹਿਬ ਦੀ ਬਾਣੀ ਵਿੱਚ, ਕਿੰਨੀ ਕੁ ਤਾਕਤ ਭਰੀ ਹੈ ਇਸ ਦਰਗਾਹੀ ਬਾਣੀ ਵਿੱਚ। ਕਈ ਮਿਲਦੇ ਹਨ, ਦਾਸ ਨੂੰ ਕਹਿ ਦਿੰਦੇ ਹਨ, ਅਸੀਂ ਤਾਂ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਪਰ ਸਾਡੇ 'ਤੇ ਤਾਂ ਬਖਸ਼ਿਸ਼ ਹੋਈ ਨਹੀਂ, ਸਾਡਾ ਤਾਂ ਫਲਾਣਾ ਦੁੱਖ ਗਿਆ ਨਹੀਂ। ਕਈ ਸਰੀਰ ਤਾਂ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਅਸੀਂ ਜਦੋਂ ਸੁਖਮਨੀ ਸਾਹਿਬ ਪੜ੍ਹਨੀ ਸ਼ੁਰੂ ਕੀਤੀ ਹੈ, ਸਾਡੇ ਤਾਂ ਦੁੱਖ ਹੋਰ ਵੱਧ ਗਏ ਹਨ। ਪਰ ਇੱਕ ਗੱਲ ਯਾਦ ਰੱਖਣੀ, ਬਾਣੀ ਕਦੀ ਵੀ ਦੁੱਖਾਂ ਨੂੰ ਵਧਾਉਂਦੀ ਨਹੀਂ, ਘਟਾਉਂਦੀ ਹੀ ਹੈ। ਪਰੰਤੂ ਸਾਡੀ ਅੱਖ ਵੇਖ ਨਹੀਂ ਸਕਦੀ। ਇਹ ਤਾਂ ਗੁਰੂ ਹੀ ਜਾਣਦਾ ਹੈ ਕਿ ਕਿੰਨਾ ਕੁ ਦੁੱਖ ਆਉਣਾ ਸੀ ਤੇ ਕਿੰਨਾ ਕੁ ਦੁੱਖ ਕੱਟਿਆ ਗਿਆ। ਵਿਸ਼ਵਾਸ ਦੀ ਲੋੜ ਹੈ। ਤਰਨ ਤਾਰਨ ਇੱਕ ਪਰਿਵਾਰ ਦੇ ਘਰ 50 ਸਾਲ ਦਾ ਬਜ਼ੁਰਗ ਬਹੁਤ ਬਿਮਾਰ ਹੋ ਗਿਆ। ਪੂਰਾ ਸਾਲ ਬੀਤ ਗਿਆ ਇਲਾਜ ਕਰਾਉਂਦਿਆਂ, ਪਰ ਕੋਈ ਦਵਾਈ ਕਾਟ ਨਹੀਂ ਸੀ ਕਰ ਰਹੀ। ਹਾਲਤ ਹੋਰ ਵਿਗੜਦੀ ਗਈ। ਉਸ ਬਜ਼ੁਰਗ ਦੀ ਪਤਨੀ ਨੇ ਸਹਿਜ ਸੁਭਾਅ ਕਿਸੇ ਸਤਸੰਗੀ ਬੀਬੀ ਨਾਲ ਆਪਣੇ ਬਜ਼ੁਰਗ ਪਤੀ ਦੇ ਦੁੱਖ ਬਾਰੇ ਗੱਲ ਕੀਤੀ। ਸਾਡੀ ਤਾਂ ਕੁਝ ਸਮਝ ਵਿੱਚ ਨਹੀਂ ਆ ਰਿਹਾ, ਸਾਲ ਹੋ ਗਿਆ ਹੈ ਇਲਾਜ ਕਰਾਉਂਦਿਆਂ, ਪਰ ਕੋਈ ਵੀ ਦਵਾਈ ਅਸਰ ਨਹੀਂ ਕਰ ਰਹੀ। ਉਹ ਸਤਸੰਗੀ ਬੀਬੀ ਸਤਸੰਗ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਦੀ ਮਹਿਮਾ ਸੁਣਦੀ ਸੀ ਕਿ ਇਹ ਬਾਣੀ ਰੋਗਾਂ ਨੂੰ ਦੂਰ ਕਰਦੀ ਹੈ। ਉਹ ਕਹਿਣ ਲੱਗੀ, ਤੁਸੀਂ ਦਿਲ ਨਾ ਛੱਡੋ, ਸੁਖਮਨੀ ਸਾਹਿਬ ਦਾ ਆਸਰਾ ਲੈ ਕੇ ਵੇਖੋ। ਆਪਣੇ ਘਰ ਇੱਕ ਸੁਖਮਨੀ ਸਾਹਿਬ ਦਾ ਗੁਟਕਾ ਲੈ ਜਾਓ। 5 ਪਾਠ ਰੋਜ਼ ਦੇ ਸੁਖਮਨੀ ਸਾਹਿਬ ਦੇ 40 ਦਿਨ ਨੇਮ ਨਾਲ ਕਰਕੇ ਅਰਦਾਸ ਕਰੋ, ਗੁਰੂ ਸਾਹਿਬ ਜ਼ਰੂਰ ਮਿਹਰ ਕਰਨਗੇ। ਉਸ ਬਜ਼ੁਰਗ ਮਾਤਾ ਨੂੰ ਗੁਰਮੁਖ ਬੀਬੀ ਦੀ ਗੱਲ ਸੁਣ ਕੇ ਕੁਝ ਹੌਸਲਾ ਮਿਲਿਆ ਤੇ ਉਸਨੇ ਅਗਲੇ ਦਿਨ ਤੋਂ ਹੀ ਆਪਣੇ ਘਰ ਵਿੱਚ 5 ਪਾਠ ਸੁਖਮਨੀ ਸਾਹਿਬ ਦੇ ਸ਼ੁਰੂ ਕਰ ਦਿੱਤੇ। ਬਜ਼ੁਰਗ ਦੀ ਦੇਹ ਅਰੋਗਤਾ ਲਈ 15-20 ਦਿਨ ਬੀਤ ਗਏ। ਸੁਖਮਨੀ ਸਾਹਿਬ ਦੀ ਬਾਣੀ ਦੇ 5 ਪਾਠ ਰੋਜ਼ ਨੇਮ ਨਾਲ ਕਰਦਿਆਂ ਰੱਬ ਦੀ ਕਰਨੀ ਬਜ਼ੁਰਗ ਦੀ ਹਾਲਤ ਹੋਰ ਵਿਗੜਨੀ ਸ਼ੁਰੂ ਹੋ ਗਈ। ਉਸ ਮਾਤਾ ਦੇ ਜਵਾਨ ਪੁੱਤਰ ਤੇ ਬਾਕੀ ਘਰ ਦੇ ਵੀ ਕਹਿਣ ਲੱਗੇ, ਮਾਤਾ ਤੂੰ ਜਦੋਂ ਦੀ ਇਹ ਸੁਖਮਨੀ ਸਾਹਿਬ ਪੜ੍ਹਨੀ ਸ਼ੁਰੂ ਕੀਤੀ ਹੈ, ਪਿਤਾ ਜੀ ਦੀ ਬਿਮਾਰੀ ਹੋਰ ਵਧਣੀ ਸ਼ੁਰੂ ਹੋ ਗਈ ਹੈ। ਚੰਗਾ ਇਹੀ ਹੈ ਕਿ ਤੂੰ ਸੁਖਮਨੀ ਸਾਹਿਬ ਪੜ੍ਹਨੀ ਬੰਦ ਕਰ ਦੇ। ਪਰ ਉਸ ਮਾਤਾ ਨੇ ਨੇਮ ਨਾ ਛੱਡਿਆ। 2-4 ਦਿਨ ਹੋਰ ਬੀਤੇ। ਬਿਮਾਰੀ ਇੰਨੀ ਵੱਧ ਗਈ ਕਿ ਤਰਨ ਤਾਰਨ ਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਕਹਿਣ ਲੱਗੇ ਕਿ ਸਾਡੇ ਵੱਸ ਦੀ ਗੱਲ ਨਹੀਂ, ਤੁਸੀਂ ਮਰੀਜ਼ ਨੂੰ ਅੰਮ੍ਰਿਤਸਰ ਲੈ ਜਾਓ। ਮਰੀਜ਼ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ, ਪਰ ਉਸ ਬਜ਼ੁਰਗ ਮਾਤਾ ਦੀ ਭਾਵਨਾ, ਉਸਨੇ ਹਸਪਤਾਲ ਵਿੱਚ ਵੀ ਸੁਖਮਨੀ ਸਾਹਿਬ ਦਾ ਨੇਮ ਨਹੀਂ ਛੱਡਿਆ। ਹਸਪਤਾਲ ਦੇ ਕਮਰੇ ਵਿੱਚ ਇੱਕ ਪਾਸੇ ਪਰਦਾ ਜਿਹਾ ਲਗਾ ਕੇ ਉੱਥੇ ਹੀ ਇਹ ਮਾਤਾ ਸੁਖਮਨੀ ਸਾਹਿਬ ਦਾ ਨੇਮ ਭੁਗਤਾਈ ਗਈ, ਪਰ ਅਜੇ ਵੀ ਪਰਚੇ ਦੀ ਘੜੀ ਸੀ। 4-5 ਦਿਨ ਬਾਅਦ ਅੰਮ੍ਰਿਤਸਰ ਦੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਤੇ ਕਹਿਣ ਲੱਗੇ ਕਿ ਸਾਡੇ ਕੋਲ ਇਸ ਦਾ ਕੋਈ ਇਲਾਜ ਨਹੀਂ, ਇਸ ਨੂੰ ਦਿੱਲੀ ਲੈ ਜਾਓ। ਮਰੀਜ਼ ਨੂੰ ਗੱਡੀ ਵਿੱਚ ਦਿੱਲੀ ਲੈ ਗਏ, ਪਰ ਧੰਨ ਉਹ ਮਾਤਾ ਜਿਸਨੇ ਗੱਡੀ ਵਿੱਚ ਵੀ ਸੁਖਮਨੀ ਸਾਹਿਬ ਦਾ ਨੇਮ ਨਾ ਛੱਡਿਆ। ਗੱਡੀ ਵਿੱਚ ਵੀ 5 ਪਾਠਾਂ ਦਾ ਸੁਖਮਨੀ ਸਾਹਿਬ ਦਾ ਨੇਮ ਭੁਗਤਾਇਆ। ਮਰੀਜ਼ ਨੂੰ ਦਿੱਲੀ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਉੱਥੇ ਹੀ ਬਜ਼ੁਰਗ ਮਾਤਾ ਨੇ ਸੁਖਮਨੀ ਸਾਹਿਬ ਦਾ ਨੇਮ ਜਾਰੀ ਰੱਖਿਆ। ਘਰ ਦੇ ਵੀ ਕਹਿਣ ਲੱਗੇ, ਮਾਤਾ ਕੀ ਤੂੰ ਵਕਤ ਪਾਇਆ ਹੋਇਆ ਹੈ, ਹਰ ਥਾਂ ਸੁਖਮਨੀ ਸਾਹਿਬ ਦਾ ਪਾਠ ਕਰੀ ਫਿਰਦੀ ਹੈ, ਕੋਈ ਹਾਲਤ ਵਿੱਚ ਫਰਕ ਤਾਂ ਪੈ ਨਹੀਂ ਰਿਹਾ, ਸਗੋਂ ਹਾਲਤ ਹੋਰ ਮਾੜੀ ਹੀ ਹੋ ਰਹੀ ਹੈ। ਪਰ ਉਸ ਮਾਤਾ ਨੇ ਭਰੋਸੇ ਅਤੇ ਸਿਦਕ ਵਿੱਚ ਤਰੇੜ ਨਹੀਂ ਆਉਣ ਦਿੱਤੀ। ਪਰਚੇ ਦੀ ਘੜੀ ਅਜੇ ਵੀ ਖਤਮ ਨਹੀਂ ਹੋਈ। 4-5 ਦਿਨ ਬਾਅਦ ਦਿੱਲੀ ਦੇ ਹਸਪਤਾਲਾਂ ਦੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਤੇ ਕਹਿ ਦਿੱਤਾ ਕਿ ਇਸ ਦੇ 4-5 ਦਿਨ ਤੋਂ ਵੱਧ ਨਹੀਂ ਜੀਣਾ, ਇਸ ਨੂੰ ਘਰ ਵਾਪਸ ਲੈ ਜਾਓ ਤੇ ਜਿੰਨੀ ਕੁ ਸੇਵਾ ਕਰ ਸਕਦੇ ਹੋ ਕਰ ਲਵੋ।
ਉਹ ਮਰੀਜ਼ ਨੂੰ ਲੈ ਕੇ ਵਾਪਸ ਤਰਨਤਾਰਨ ਆ ਗਏ। ਭਰੋਸਾ ਹੋਵੇ ਤਾਂ ਐਸਾ, ਉਸ ਮਾਤਾ ਨੇ 5 ਪਾਠਾਂ ਦਾ ਨੇਮ ਨਾ ਛੱਡਿਆ। ਕਦੇ ਤਾਂ ਗੁਰੂ ਰਿੱਝੇਗਾ, ਕਦੇ ਤਾਂ ਗੁਰੂ ਪ੍ਰਸੰਨ ਹੋਵੇਗਾ। ਇਹੋ ਜਿਹਾ ਪ੍ਰੇਮ, ਪਿਆਰ ਤੇ ਵਿਸ਼ਵਾਸ ਦੇਖ ਕੇ ਗੁਰੂ ਨੂੰ ਬਖਸ਼ਿਸ਼ ਕਰਨੀ ਹੀ ਪੈਂਦੀ ਹੈ। ਬਸ ਲੋੜ ਹੈ ਮਾਲਕ ਨੂੰ ਮਨਾਉਣ ਦੀ। ਕਹਿੰਦੇ ਹਨ 38 ਦਿਨ ਬੀਤ ਗਏ ਸੁਖਮਨੀ ਸਾਹਿਬ ਦੇ 5 ਪਾਠਾਂ ਦਾ ਨੇਮ ਕਰਦਿਆਂ, ਪਰ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਕਹਿੰਦੇ ਹਨ 40 ਦਿਨ ਉਸ ਮਾਤਾ ਨੇ ਨੇਮ ਕਰਕੇ ਅਰਦਾਸ ਕੀਤੀ ਬਜ਼ੁਰਗ ਦੀ ਦੇਹ ਅਰੋਗਤਾ ਦੀ। 41ਵਾਂ ਦਿਨ ਚੜ੍ਹਿਆ, ਸਾਰਿਆਂ ਦੀ ਹੈਰਾਨੀ ਦੀ ਹੱਦ ਨਾ ਰਹੀ। ਮਰੀਜ਼ ਦੀ ਹਾਲਤ ਸੁਧਰਨੀ ਸ਼ੁਰੂ ਹੋ ਗਈ, ਫਿਰ ਦਿਨ ਬ ਦਿਨ ਸੁਧਰਦੀ ਹੀ ਗਈ। 46ਵਾਂ ਦਿਨ ਸੀ, ਮਰੀਜ਼ ਦੀ ਹਾਲਤ ਵਿੱਚ ਕਾਫੀ ਸੁਧਾਰ ਆ ਗਿਆ। ਜਦੋਂ ਡਾਕਟਰਾਂ ਨੂੰ ਚੈੱਕ ਕਰਵਾਉਣ ਗਏ ਤਾਂ ਡਾਕਟਰ ਵੀ ਚਮਤਕਾਰ ਵੇਖ ਕੇ ਹੈਰਾਨ ਹੋ ਗਏ ਕਿ ਇਹ ਤੁਸੀਂ ਕਿਹੜਾ ਢੰਗ ਵਰਤਿਆ ਹੈ। ਜਿਸ ਮਰੀਜ਼ ਨੂੰ ਵੱਡੇ ਵੱਡੇ ਡਾਕਟਰਾਂ ਨੇ ਜਵਾਬ ਦੇ ਦਿੱਤਾ, ਉਹ ਕਿਵੇਂ ਠੀਕ ਹੋ ਗਿਆ। ਇਹ ਵੀ ਕੌਤਕ ਵਰਤ ਗਿਆ। ਇਸ ਮਰੀਜ਼ ਨੂੰ ਜਿਹੜੀ ਬਿਮਾਰੀ ਲੱਗੀ ਸੀ, ਉਹ ਬਿਮਾਰੀ ਹੀ ਸਰੀਰ ਵਿੱਚੋਂ ਉੱਡ ਗਈ ਹੈ। ਬਿਮਾਰੀ ਲੱਭ ਹੀ ਨਹੀਂ ਰਹੀ ਕਿ ਗਈ ਕਿੱਥੇ। ਹੁਣ ਇਸ ਘਟਨਾ ਨੂੰ ਪੜ੍ਹ ਕੇ ਤੁਸੀਂ ਆਪੇ ਹੀ ਬਰੀਕੀ ਕੱਢ ਲੈਣਾ, ਤੱਤ ਕੱਢ ਲੈਣਾ, ਆਪਣੇ ਲਈ ਸੇਧ ਲੈ ਲੈਣਾ ਕਿ ਅਸੀਂ ਸੁਖਮਨੀ ਸਾਹਿਬ ਨਾਲ ਕਿਸ ਤਰ੍ਹਾਂ ਦਾ ਪਿਆਰ ਕਰਨਾ ਹੈ, ਅਸੀਂ ਕਿਸ ਤਰ੍ਹਾਂ ਦੀ ਭਾਵਨਾ ਰੱਖਣੀ ਹੈ। ਬਾਬਾ ਨਾਨਕ ਸਿੰਘ ਜੀ ਦੇ ਬਚਨ, ਜੇ ਸਿੱਖ ਵਿੱਚ 3 ਗੁਣ ਹੋਣ, ਇੱਕ ਕਾਹਲਾ ਨਾ ਪਵੇ, ਦੂਜਾ ਦਰ ਨਾ ਛੱਡੇ ਤੇ ਤੀਜਾ ਹੰਕਾਰ ਨਾ ਕਰੇ, ਤਾਂ ਉਹ ਕਦੀ ਗੁਰੂ ਕੋਲੋਂ ਖਾਲੀ ਨਹੀਂ ਜਾਵੇਗਾ। ਸਾਡੀ ਇਹ ਹਾਲਤ ਹੈ ਕਿ ਥੋੜ੍ਹੇ ਦਿਨ ਕਿਸੇ ਦੁੱਖ ਲਈ ਬਾਣੀ ਪੜ੍ਹੀ, ਜੇ ਨਹੀਂ ਦੁੱਖ ਗਿਆ ਤਾਂ ਸਾਡੇ ਪੈਰ ਥਿੜਕ ਜਾਂਦੇ ਹਨ। ਅਸੀਂ ਜਾਂ ਤਾਂ ਬਾਣੀ ਪੜ੍ਹਨੀ ਛੱਡ ਦਿੰਦੇ ਹਾਂ ਜਾਂ ਹੋਰ ਦੂਸਰੇ ਆਸਰਿਆਂ ਵੱਲ ਦੌੜਨ ਲੱਗ ਪੈਂਦੇ ਹਾਂ। ਪਰ ਇੱਕ ਗੱਲ ਯਾਦ ਰੱਖਿਓ, ਗੁਰੂ ਵੀ ਕਈ ਵਾਰੀ ਮੌਜ ਵਿੱਚ ਪਰਚੇ ਪਾ ਦਿੰਦਾ ਹੈ, ਇਮਤਿਹਾਨ ਦੀ ਘੜੀ ਲੈ ਆਉਂਦਾ ਹੈ। ਅਸੀਂ ਇਹਨਾਂ ਨਿੱਕੇ ਨਿੱਕੇ ਪਰਚਿਆਂ ਵਿੱਚ ਇਹੋ ਜਿਹੀ ਭਾਵਨਾ ਬਣਾਉਣੀ ਹੈ ਕਿ ਸਤਿਗੁਰੂ ਜੀ, ਅਸੀਂ ਤਾਂ ਤੇਰੇ ਹਾਂ, ਤੇਰੇ ਇਲਾਵਾ ਸਾਡਾ ਕੋਈ ਹੋਰ ਆਸਰਾ ਨਹੀਂ। ਨਾਲ ਨਾਲ ਇਹ ਅਰਦਾਸ ਜ਼ਰੂਰ ਕਰਨੀ ਹੈ, ਸਤਿਗੁਰੂ, ਅਸੀਂ ਅਲਭਗ ਜੀਵ ਤੇਰੇ ਪਰਚਿਆਂ ਵਿੱਚੋਂ ਪਾਸ ਨਹੀਂ ਹੋ ਸਕਦੇ। ਸਾਡੇ 'ਤੇ ਪਰਚੇ ਨਾ ਪਾਉਣਾ, ਸਾਡੀ ਬਾਂਹ ਫੜ ਲਵੋ। ਇਹ ਗੱਲ ਪੱਕੀ ਜਾਣ ਲੈਣੀ, ਜੇ ਇਸ ਤਰ੍ਹਾਂ ਦਾ ਪਿਆਰ ਕਰੋਗੇ, ਇਸ ਤਰ੍ਹਾਂ ਦੀ ਭਾਵਨਾ ਰੱਖੋਗੇ, ਫਿਰ ਗੁਰੂ ਆਪਣੇ ਸਿੱਖ ਨੂੰ ਤੱਤੀ ਹਵਾ ਵੀ ਨਹੀਂ ਲੱਗਣ ਦਿੰਦਾ। ਗੁਰੂ ਦੇ ਭਰੋਸੇ ਨਾਲ ਲਿਖ ਰਿਹਾ ਹਾਂ, ਕਦੀ ਖਾਲੀ ਨਹੀਂ ਜਾਓਗੇ। ਭਾਗ ਲੱਗਣਗੇ ਹੀ ਲੱਗਣਗੇ। ਗੁਰੂ ਨੂੰ ਤੁਹਾਡੇ ਦੁੱਖ ਕੱਟਣੇ ਹੀ ਪੈਣਗੇ। ਬਖਸ਼ਿਸ਼ਾਂ ਭਰੀ ਬਾਣੀ ਸੁਖਮਨੀ ਸਾਹਿਬ ਦਾ ਲੜ ਫੜੀਏ ਤਾਂ ਦੁੱਖ ਨਾ ਜਾਣ। ਇਹ ਕਦੀ ਹੋ ਹੀ ਨਹੀਂ ਸਕਦਾ। ਸਾਡੀ ਭਾਵਨਾ, ਸਾਡੀ ਪ੍ਰਤੀਤ ਵਿੱਚ ਕਮੀ ਹੋ ਸਕਦੀ ਹੈ, ਪਰ ਉੱਧਰੋਂ ਕੋਈ ਕਮੀ ਨਹੀਂ। ਦੇਰ ਹੋ ਸਕਦੀ ਹੈ, ਪਰ ਅੰਧੇਰ ਨਹੀਂ। ਇਹ ਤੀਸਰੀ ਵਿਸ਼ੇਸ਼ਤਾਈ ਵਿਸਤਾਰ ਨਾਲ ਲਿਖਾਂ ਤਾਂ ਇੱਕ ਵੱਖਰੀ ਕਿਤਾਬ ਛਪ ਸਕਦੀ ਹੈ। ਇੱਥੇ ਸਮਾਪਤ ਕਰਦੇ ਹਾਂ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਤਨ ਦੇ ਰੋਗ ਵੀ ਰਾਜੀ ਕਰਦੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇਸ ਆਡੀਓ ਨੂੰ ਅੱਗੇ ਵੀ ਸ਼ੇਅਰ ਕਰਨਾ। ਧੰਨਵਾਦ।